मैं कोई इन्हां दे नाल रल के चिट्टा बेचदा सीगा जिहड़ा साडे घरे आए सी पुछ लैण ये कंधां टप के पुलिस आउंदी आ कित्थे हरजिंदर सिंह ਜਦੋਂ मैं दीवान ला के ਚੱਲਿਆ मचाकी पिंड तो SHO कहना तू साडे इलाके 'ਚ ਵੜ के दिखाई सौदा साहब ਦੇ ਪੋਸਟਰਾਂ ਨੂੰ ਜਿਹੜਾ ਦਿੱਤੀ ਜਾ ਰਹੀ ਸੀਗੀ ਸਿਕਿਉਰਿਟੀ ਤੇ ਸਾਨੂੰ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ। ਇਹਨਾਂ ਨੂੰ ਤਾਂ ਅਕਾਲ ਪੁਰਖ ਦੀ ਥਾਂ ਤੇ ਤੇਰਾ ਸੌਦਾ ਸਾਹਿਬ ਤੇ ਭਰੋਸਾ ਹੈ। ਇਹ ਕੀ ਅਕਾਲੀ ਨੇ ਆਪਣੇ ਆਪ ਨੂੰ? ਸੁਖਵੀਰ ਸਿੰਘ ਬਾਦਲ ਨੂੰ ਜਿਨ੍ਹਾਂ ਦੇ ਕਹਿਣ ਤੇ ਬੀਬੀ ਜੰਗੀਰ ਕੌਰ ਬੋਲ ਰਹੀ ਹੈ इंसाफ तो बेअदबी का चाहिए सी, बेअदबी के इंसाफ की गल करनी चाहिए सी, पर हुण तुहानूं नहीं लगता सारे एक दूजे के उत्ते आपसी दूषणबाजी कर रहे हैं? ਅਸੀਂ ਸਬੂਤਾਂ ਸਮੇਤ ਲਾਹਨਤ ਪੱਤਰ ਪੜਿਆ 14 ਅਕਤੂਬਰ 2018 ਨੂੰ। ਜੇ ਉਹ ਬਿਨਾਂ ਸਬੂਤਾਂ ਤੋਂ ਹੈ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਮੇਰੇ ਤੇ ਮਾਣਹਾਨੀ ਦਾ ਕੇਸ ਅਜੇ ਤੱਕ ਕਿਉਂ ਨਹੀਂ ਕੀਤਾ? ਬਨਿਆਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਵਾਈਆਂ ਕਿ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਬਾਦਲ ਦਾ ਟੱਬਰ ਨਹੀਂ ਬਹਿੰਦਾ ਰਿਹਾ। ਇਹਨਾਂ ਨੇ ਜਿਹੜਾ ਆਸ਼ੂਤੋਸ਼ ਫ੍ਰਿਜ 'ਚ ਪਿਆ ਹੁਣ ਉਹਦੀਆਂ ਚੌਂਕੀਆਂ ਨਹੀਂ ਭਰੀਆਂ। ਤੁਸੀਂ ਕਿਹਾ ਕਿ ਪਤਾ ਨਹੀਂ ਕਿੰਨਾਂ ਦੇ ਲਿਫਾਫਿਆਂ ਚੋਂ ਨਿਕਲੇ ਹੋਏ ਹੋ ਤੁਸੀਂ, ਨਹੀਂ ਪਰ ਨਿੱਜੀ ਦੂਸ਼ਣਬਾਜ਼ੀ ਹੋ ਨਹੀਂ ਰਹੀ। ਇੱਕ ਦੂਜੇ ਦਾ ਨਾਂ ਲੈ ਕੇ ਟਾਰਗੇਟ ਕਰਨਾ, ਬੇਅਦਬੀ ਤੋਂ ਫੋਕਸ ਕਿਤੇ ਨਾ ਕਿਤੇ ਹਟਦਾ ਨਹੀਂ ਨਜ਼ਰ ਆ ਰਿਹਾ। ਗੱਲ ਤਾਂ ਇਨਸਾਫ ਦੀ ਕਰਨੀ ਚਾਹੀਦੀ ਆ। ਸਿੱਖਾਂ ਵਿੱਚ ਦੋ ਧਿਰਾਂ ਨੇ, ਇੱਕ ਧਿਰ ਉਹ ਹੈ ਜਿਹੜੀ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਡਟੀ ਹੋਈ ਹੈ, ਦੂਜੀ ਧਿਰ ਉਹ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸੇ ਬੰਦੇ ਕਾਬਜ਼ ਹੋ ਚੁੱਕੇ ਨੇ ਬਾਦਲ ਕਾ ਲਾਣਾ ਜਿਹੜੇ ਕਿ ਦੋਸ਼ੀਆਂ ਦੀ ਪੁਸਤ ਪਨਾਹੀ ਕਰਦੇ ਆ। ਮੇਰਾ ਕੋਈ ਇਲਜ਼ਾਮ ਨਹੀਂ ਹੈਗਾ ਝੂਠਾ, ਮੇਰੇ ਕੋਲ ਵੀਰ ਜੀ ਪ੍ਰੂਫ ਨੇ ਕਿ ਕੀ ਬਿਨਾਂ ਮੰਗਿਆ ਮਾਫੀ ਇਹਨਾਂ ਨੇ ਦਿੱਤੀ ਨਹੀਂ। 90 ਲੱਖ ਦੇ ਇਸ਼ਤਿਹਾਰਾਂ ਦਾ ਮਸਲਾ ਗੁਰੂ ਕੀ ਗੋਲਕ ਚੋਂ ਅਸੀਂ ਇਹਨਾਂ ਨੂੰ ਸਵਾਲ ਪੁੱਛ ਰਹੇ ਹਾਂ ਤੇ ਉਹਦੀ ਥਾਂ ਤੇ ਇਸ ਤਰ੍ਹਾਂ ਅਪਮਾਨਜਨਕ ਸ਼ਬਦ ਬੋਲ ਕੇ ਇਹ ਭੱਜ ਜਾਣਗੇ ਜੀ। RS ਖੱਟੜਾ ਹੋਰਾਂ ਦੀ ਸਿੱਟ ਬਣੀ, ਉਹਦੇ ਵਿੱਚ ਜਿਹੜੇ ਸ਼ਕਤੀ ਸਿੰਘ ਦੇ ਨਾਲ ਜਿਹੜੇ ਹੋਰ ਜਿਹੜੇ ਡੇਰਾ ਪ੍ਰੇਮੀ ਚੱਕੇ ਜਾਂਦੇ ਆ, ਹੁਣ ਵੀ SS ਪਰਮਾਰ ਹੋਰਾਂ ਦੀ ਜੋ ਸਿੱਟ ਹੈ ਉਸ ਦੇ ਵਿੱਚ ਵੀ ਉਹਨਾਂ ਨੂੰ ਹੀ ਜੋ ਹੈ ਮੁਲਜ਼ਮ ਬਣਾਇਆ ਗਿਆ, ਉਹ ਚੱਕੇ ਹੋਏ ਨੇ। ਉਹਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਥਕ ਪਾਰਟੀ ਹੈ, ਸਾਨੂੰ ਸੇਵਾ ਬਖਸ਼ੀ ਹੈ। ਸੇਵਾ ਤਾਂ ਹੁਣ ਤੁਸੀਂ ਧੱਕੇ ਨਾਲ ਰੱਖ ਕੇ ਬੈਠੇ ਹੋ ਨਾ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦੀ ਕਥਾ ਕਰਨੀ ਹੈ, ਵਿਚਾਰ ਕਰਨੀ ਹੈ, ਇਤਿਹਾਸ ਬਾਰੇ ਦੱਸਣਾ ਹੈ, ਡੇਰਾਵਾਦ ਦੇ ਖਿਲਾਫ ਬੋਲਣਾ ਹੈ। ਇਹਦੇ ਵਾਸਤੇ ਸਾਨੂੰ ਇਜਾਜ਼ਤ ਲੈਣੀ ਪਊਗੀ ਪ੍ਰਸ਼ਾਸਨ ਤੋਂ। ਇਹ ਬਾਦਲ ਕਹਿੰਦੀ ਬਦਮਾਸ਼ੀ ਨਹੀਂ ਸੀ। ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਦੁਕਾਨਾਂ ਦਿੱਤੀਆਂ ਤੁਸੀਂ, ਉਹ ਸਾਡੇ ਮਹਾਰਾਜ ਤੇ ਅੰਕ ਖਿਲਾਰਨ ਤੇ ਅਸੀਂ ਉਹਨਾਂ ਦਾ ਆਰਥਿਕ ਪੱਖ ਮਜ਼ਬੂਤ ਕਰੇ। ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਗੁਰਬਾਣੀ ਪੜ੍ਹਦਿਆਂ ਦੇ ਉੱਤੇ ਡਾਂਗਾਂ ਮਾਰੀਆਂ, ਗੋਲੀਆਂ ਚਲਾਈਆਂ, ਸ਼ਹੀਦ ਕੀਤੇ। ਨਿਤਨੇਮ ਕਰਨਾ 307 ਹੋ ਜਾਂਦਾ ਹੈ। ਇਹ ਜਿੱਥੇ ਮਰਜ਼ੀ ਬੈਠਣ ਤਾਂ ਸਹੀ ਹੈ। ਇਹ ਭੱਜ ਕਿਉਂ ਰਹੇ ਨੇ ਡਿਬੇਟ ਤੋਂ? ਕਿਉਂਕਿ ਝੂਠੇ ਹੈ। SGPC ਦੀਆਂ ਕਈ ਪੰਥਕ ਧਿਰਾਂ ਕਹਿੰਦੀਆਂ ਨੇ ਕਿ ਅਸੀਂ SGPC ਚੋਣਾਂ ਲੜਾਂਗੇ। ਕੀ ਹਰਜਿੰਦਰ ਮਾਝੀ ਲੜਨਗੇ ਚੋਣਾਂ? ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਬਰਗਾੜੀ ਬੇਅਦਬੀ ਕਾਂਡ ਨੂੰ ਵਾਪਰਿਆ ਲੰਮਾ ਸਮਾਂ ਹੋ ਗਿਆ ਪਰ ਇਨਸਾਫ ਹਲੇ ਤੱਕ ਨਹੀਂ ਮਿਲਿਆ। ਬੇਸ਼ੱਕ ਕਈ ਸਿੱਟਾਂ ਵੀ ਬਣੀਆਂ ਨੇ, ਕਮਿਸ਼ਨ ਵੀ ਬਣੇ ਨੇ, ਲਗਾਤਾਰ ਸੰਗਤਾਂ ਇਨਸਾਫ ਉਡੀਕ ਰਹੀਆਂ ਨੇ। ਅੱਜ ਵੀ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਲੋਂ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਚੰਡੀਗੜ੍ਹ ਦੇ ਵਿੱਚ। ਲਗਾਤਾਰ ਪਰਿਵਾਰਕ ਮੈਂਬਰ ਵੀ ਇਨਸਾਫ ਉਡੀਕ ਰਹੇ ਨੇ ਜਿਹੜੇ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀ ਤੇ ਸਿੱਖ ਸੰਗਤਾਂ ਵੀ। ਪਰ ਇੱਕ ਦੂਜੇ ਦੇ ਉੱਤੇ ਹੁਣ ਇਲਜ਼ਾਮ ਲਾਏ ਜਾ ਰਹੇ ਨੇ, ਨਿੱਜੀ ਇੱਕ ਦੂਜੇ ਦੇ ਉੱਤੇ ਜੋ ਹੈ ਦੂਸ਼ਣਬਾਜ਼ੀ ਵੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਪਿਛਲੇ ਦਿਨੀ SGPC ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਪੰਥਕ ਇਕੱਤਰਤਾ ਦੇ ਵਿੱਚ ਆਖਿਆ ਜਾਂਦਾ ਹੈ ਕਿ ਜਿਹੜੇ ਧਰਨੇ ਦੇ ਉੱਤੇ ਬੈਠੇ ਸੀ ਅਸਲ ਦੋਸ਼ੀ ਉਹ ਨੇ। ਇੱਕ ਪ੍ਰਚਾਰਕ ਦਾ ਨਾਂ ਲਿਆ ਗਿਆ ਭਾਈ ਹਰਜਿੰਦਰ ਸਿੰਘ ਮਾਝੀ ਸਾਝੀ ਆਖਿਆ ਗਿਆ। ਤਾਂ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਨੇ। ਸਵਾਗਤ ਹੈ ਜੀ ਪ੍ਰੋ ਪੰਜਾਬ TV ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਇਨਸਾਫ ਤਾਂ ਨਹੀਂ ਮਿਲਿਆ ਬਰਗਾੜੀ ਬੇਅਦਬੀ ਕਾਂਡ ਦਾ, ਪਰ ਹੁਣ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਅਸਲ ਦੋਸ਼ੀ ਤਾਂ ਇਹ ਨੇ ਜਿਹੜੇ ਧਰਨੇ ਤੇ ਬੈਠੇ ਸੀ। ਮਾਝੀ ਸਾਝੀ ਸ਼ਬਦ ਵਰਤਿਆ ਉਹਨਾਂ ਨੇ ਤੁਹਾਡੇ ਲਈ, ਕੀ ਕਹੋਗੇ? ਦੇਖੋ, ਬੀਬੀ ਜੰਗੀਰ ਕੌਰ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਪ੍ਰਧਾਨ ਨੇ ਔਰ ਉਹਨਾਂ ਦੀ ਜਿਹੜੀ ਉਮਰ ਹੈਗੀ ਹੈ ਉਹ ਮੈਨੂੰ ਲੱਗਦਾ ਕਿ ਮੇਰੇ ਮਾਤਾ ਜੀ ਦੀ ਉਮਰ ਤੋਂ ਵੀ ਵੱਡੀ ਉਮਰ ਦੇ ਹੋਣਗੇ। ਉਮਰ ਦੇ ਲਿਹਾਜ਼ ਨਾਲ ਵੀ ਬਹੁਤ ਸਤਿਕਾਰਯੋਗ ਨੇ। ਪਰ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਕਿਹਾ ਕਿ ਉੱਥੇ ਬਹਿਬਲ ਕਲਾਂ ਜਿਹੜੇ ਬੈਠੇ ਸੀਗੇ, ਸਿੱਖ ਸੰਗਤਾਂ ਬੈਠੀਆਂ ਸੀ, ਉਹਨਾਂ ਨੇ ਮਾਝੀ ਸਾਜੀ ਸ਼ਬਦ ਵਰਤ ਲਿਆ। ਮੈਂ ਕਹਿੰਦਾ ਮੈਨੂੰ ਤਾਂ ਚਲੋ 4 ਗਾਲਾਂ ਹੋਰ ਵੀ ਕੱਢ ਲੈਣ ਜੇ ਉਹਨਾਂ ਨੂੰ ਠੀਕ ਲੱਗਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ
ਸਿਮਰਜੀਤ ਸਿੰਘ ਜੀ, ਬੇਨਤੀ ਇਹ ਹੈ ਕਿ ਇਹ ਜਿਹੜੇ ਬਾਦਲ ਕੇ ਨੇ 2015 ਵਾਲੀ ਲਾਈਨ ਦੁਬਾਰਾ ਫਿਰ ਫੜ ਰਹੇ ਆ। 2015 ਦੇ ਵਿੱਚ ਵੀ ਇਹਨਾਂ ਨੇ ਜਿਹੜੇ ਬੇਅਦਬੀ ਦੇ ਦੋਸ਼ੀ ਸੀਗੇ ਉਹਨਾਂ ਵੱਲ ਤਾਂ ਕੋਈ ਕਦਮ ਨਹੀਂ ਸੀ ਵਧਾਏ। ਬੇਕਸੂਰ ਸਿੱਖਾਂ ਦੇ ਉੱਤੇ ਟੌਰਚਰ ਕਰਵਾਇਆ ਸੀ ਆਪਣੀ ਪੁਲਿਸ ਤੋਂ, ਤੇ ਅੱਜ ਬਿਲਕੁਲ ਉਸੇ ਅੰਦਾਜ਼ ਦੇ ਵਿੱਚ, ਉਸੇ ਤਰਜ਼ ਦੇ ਉੱਤੇ ਬੀਬੀ ਜੰਗੀਰ ਕੌਰ ਕਹਿ ਰਹੇ ਨੇ ਕਿ ਮਾਝੀ ਸਾਜੀ ਜਾਂ ਫਿਰ ਜਿਹੜੇ ਹੋਰ ਉੱਥੇ ਬੈਠੇ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਉੱਥੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਡੇ ਇਕੱਠ ਹੋਏ ਸੀਗੇ ਉਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ, ਇਸ ਰੋਸ ਪ੍ਰਦਰਸ਼ਨ ਨੂੰ ਹਿੰਦੂ ਤੇ ਮੁਸਲਮਾਨ ਭਾਈਚਾਰੇ ਤੇ ਸਾਰੇ ਭਾਈਚਾਰਿਆਂ ਦੀ ਪੂਰੀ ਸਪੋਰਟ ਸੀਗੀ। ਇੱਥੋਂ ਤੱਕ ਕਿ ਜਿਹੜਾ ਕਿੰਨਰ ਸਮਾਜ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਕਿੰਨਰਾਂ ਦਾ ਬਹੁਤ ਵੱਡਾ ਕੰਮਕਾਜ ਚੱਲਦਾ ਹੈ, ਵਧਾਈਆਂ ਵਗੈਰਾ ਲੈਂਦੇ ਨੇ ਉਹ। ਕਿੰਨਰ ਸਮਾਜ ਨੇ ਵੀ ਜਦੋਂ ਅਸੀਂ ਇਹ ਫੈਸਲਾ ਕੀਤਾ ਸੀ ਸੰਗਤ ਨੇ ਕਿ ਕਾਲੀ ਦੀਵਾਲੀ ਮਨਾਈ ਜਾਵੇ, ਤਾਂ ਕਿੰਨਰ ਸਮਾਜ ਨੇ ਵੀ ਉਹਨਾਂ ਰੋਸ ਦਾ ਜਿਹੜਾ ਪ੍ਰਦਰਸ਼ਨ, ਰੋਸ ਦੀ ਸਪੋਰਟ ਦੇ ਵਿੱਚ ਕਾਲੀ ਦੀਵਾਲੀ ਮਨਾਈ ਸੀ। ਸੋ ਮੈਨੂੰ ਲੱਗਦਾ ਹੈ ਬੀਬੀ ਜੰਗੀਰ ਕੌਰ ਜੀ ਤਾਂ ਹੁਣ ਉਹ ਤਾਂ ਇਹਨਾਂ ਨੂੰ ਤਾਂ ਕਿੰਨਰ ਚੰਗੇ ਹੈ ਜੀ, ਜਿਹੜੇ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਰੋਸ ਪ੍ਰਗਟਾਉਂਦੇ ਆ, ਇਹ ਬਲਕਿ ਰੋਸ ਪ੍ਰਗਟਾਉਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਆ। ਸੋ ਇਹ ਹਾਲਾਤ ਨੇ ਇਹਨਾਂ ਦੇ। ਬਾਕੀ ਵੀਰ ਜੀ ਸਿਮਰਜੀਤ ਸਿੰਘ ਜੀ, ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ, ਦੇਖੋ ਮੈਂ ਦੋ ਗੱਲਾਂ ਕਰ ਲੈਣਾ, ਉੱਥੋਂ ਆਪਾਂ ਨੂੰ ਅੰਦਾਜ਼ਾ ਲੱਗ ਜੂਗਾ ਕਿ ਬਾਦਲ ਕਿਆਂ ਦੀ ਜਿਹੜੀ ਹੈ ਨੀਅਤ ਕੀ ਹੈ। 1 ਜੂਨ, ਸਿਰਫ ਮੇਰੀਆਂ 2 ਗੱਲਾਂ ਪਲੀਜ਼ ਸੁਣ ਲਿਓ। 1 ਜੂਨ 2015 ਨੂੰ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ, ਤਾਂ ਪੰਜਾਬ ਪੁਲਿਸ ਨੇ ਬਾਦਲ ਕਿਆਂ ਦੇ ਰਾਜ 'ਚ ਆਹ ਸਕੈਚ ਜਾਰੀ ਕੀਤਾ ਸੀਗਾ, ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ, ਜਿਹਦੇ ਵਿੱਚ ਬੜਾ ਸਪਸ਼ਟ ਹੈ ਕਿ 2 ਮੋਨੇ ਮੁੰਡਿਆਂ ਦੀਆਂ ਫੋਟੋਆਂ ਉਹਨਾਂ ਨੇ ਜਾਰੀ ਕੀਤੀਆਂ ਸੀ ਕਿ ਮੋਨੇ ਉਹ ਮੁੰਡੇ ਹੋ ਸਕਦੇ ਆ। ਸੋ ਮੇਰਾ ਸੁਖਬੀਰ ਸਿੰਘ ਬਾਦਲ ਨੂੰ, ਜਿਨ੍ਹਾਂ ਦੇ ਕਹਿਣ ਤੇ ਬੀਬੀ ਜੰਗੀਰ ਕੌਰ ਬੋਲ ਰਹੀ ਹੈ, ਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ, ਬੀਬੀ ਜੰਗੀਰ ਕੌਰ ਜੀ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਦੱਸੋ 1 ਜੂਨ ਤੋਂ ਲੈ ਕੇ ਬਾਦਲ ਰਾਜ ਦੇ ਅਖੀਰ ਤੱਕ ਕਿੰਨੇ ਮੋਨੇ ਮੁੰਡਿਆਂ ਦੀ ਜਿਹੜੀ ਆ ਤੁਸੀਂ ਪੁੱਛਗਿੱਛ ਕੀਤੀ ਹੈ ਇਸ ਮਸਲੇ ਦੇ ਉੱਤੇ। ਦੂਜੀ ਮੇਰੀ ਗੱਲ ਆ ਕਿ 24-25 ਸਤੰਬਰ ਦੀ ਰਾਤ ਨੂੰ ਜਿਹੜੇ ਆ ਵਿਵਾਦਤ ਪੋਸਟਰ ਲਾਏ ਸੀਗੇ, ਪੋਸਟਰ ਉਹਨਾਂ ਨੇ ਲਾਏ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ, ਜਿਹਦੇ ਉੱਤੇ ਬੜੇ ਅਪਮਾਨਜਨਕ ਸ਼ਬਦ ਲਿਖੇ ਨੇ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਿਖਿਆ, ਜਿੱਥੋਂ ਬੜਾ ਸਪਸ਼ਟ ਹੁੰਦਾ ਹੈ ਕਿ ਇਹ ਸੌਦਾ ਸਾਧ ਨਾਲ ਸੰਬੰਧਿਤ ਬੰਦਿਆਂ ਨੇ ਲਿਖੇ ਨੇ। ਇਹਦੇ ਬਾਵਜੂਦ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਨੂੰ ਅੰਕ ਖਿਲਰੇ ਬਰਗਾੜੀ ਦੇ ਵਿੱਚ। ਮੈਂ ਕਹਿਣਾ ਚਾਹੁੰਦਾ ਕਿ 25 ਸਤੰਬਰ ਤੋਂ 12 ਅਕਤੂਬਰ ਤੱਕ 17 ਦਿਨਾਂ ਦੇ ਵਿੱਚ ਇਹ ਸਪਸ਼ਟ ਕਰ ਦੇਣ ਕਿਸੇ ਇੱਕ ਵੀ ਕਿਸੇ ਡੇਰਾ ਪ੍ਰੇਮੀ ਤੋਂ ਇਹਨਾਂ ਨੇ ਪੁੱਛਗਿੱਛ ਵੀ ਕੀਤੀ ਹੋਵੇ। ਮੈਂ ਟੌਰਚਰ ਦੀ ਗੱਲ ਨਹੀਂ ਕਰ ਰਿਹਾ, ਪੁੱਛਗਿੱਛ ਤੱਕ ਨਹੀਂ ਕੀਤੀ। ਇਹ ਸਰੇਆਮ ਸੌਦਾ ਸਾਧ ਨੂੰ ਤੇ ਉਹਦੇ ਚੇਲਿਆਂ ਦੀ ਪੁਸਤ ਪਨਾਹੀ ਕਰਦੇ ਰਹੇ, ਉਹਨਾਂ ਨੂੰ ਬਚਾਉਂਦੇ ਰਹੇ ਆ, ਤੇ ਮਤਲਬ ਬਲਕਿ ਜਿਹੜੇ ਇਨਸਾਫ ਮੰਗਦੇ ਆ ਉਹਨਾਂ ਨੂੰ ਟਾਰਗੇਟ ਕਰਦੇ ਰਹੇ ਆ। ਜਿਸ ਤਰੀਕੇ ਦੇ ਨਾਲ ਇਨਸਾਫ ਤਾਂ ਬੇਅਦਬੀ ਦਾ ਚਾਹੀਦਾ ਸੀ, ਬੇਅਦਬੀ ਦੇ ਇਨਸਾਫ ਦੀ ਗੱਲ ਕਰਨੀ ਚਾਹੀਦੀ ਸੀ, ਪਰ ਹੁਣ ਤੁਹਾਨੂੰ ਨਹੀਂ ਲੱਗਦਾ ਸਾਰੇ ਇੱਕ ਦੂਜੇ ਦੇ ਉੱਤੇ ਆਪਸੀ ਦੂਸ਼ਣਬਾਜ਼ੀ ਕਰ ਰਹੇ ਆ? ਤੁਹਾਡੇ ਵੱਲੋਂ ਵੀ ਬੀਬੀ ਜਗੀਰ ਕੌਰ ਦੇ ਸਰੂਪ ਨੂੰ ਲੈ ਕੇ ਸਵਾਲ ਚੁੱਕੇ ਗਏ ਆ। ਤੁਸੀਂ ਕਿਹਾ ਕਿ ਪਤਾ ਨਹੀਂ ਕਿੰਨਾਂ ਦੇ ਲਿਫਾਫਿਆਂ ਚੋਂ ਨਿਕਲੇ ਹੋਏ ਹੋ ਤੁਸੀਂ, ਜਿਨ੍ਹਾਂ ਦੇ ਲਿਫਾਫਿਆਂ ਚੋਂ ਨਿਕਲੇ ਹੋ ਉਹਨਾਂ ਨੇ ਕੁਰਸੀਆਂ ਬਖਸ਼ੀਆਂ, ਇੱਦਾਂ ਦੀ ਬਿਆਨਬਾਜ਼ੀ ਜਿਹੜੀ ਆਪਸੀ ਕੋਈ ਨਿੱਜੀ ਵੀ ਹੈਗੀ ਹੈ ਇੱਕ ਦੂਜੇ ਦੇ ਖਿਲਾਫ ਤੁਹਾਡੀ? ਵੀਰ ਜੀ ਮੈਂ ਤੁਹਾਨੂੰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਨਹੀਂ, ਮੇਰੀ ਬੇਨਤੀ ਸੁਣੋ। ਸਾਡਾ ਜਿਹੜਾ ਫੋਕਸ ਹੈ ਉਹ ਬੇਅਦਬੀ ਦੇ ਦੋਸ਼ੀਆਂ ਤੇ ਰਹਿਣਾ ਚਾਹੀਦਾ ਹੈ। ਬੇਅਦਬੀ ਘਟਨਾਕ੍ਰਮ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ। ਪਰ ਮੈਂ ਤੁਹਾਨੂੰ ਨਹੀਂ ਲੱਗਦਾ ਆਪਸੀ ਦੂਸ਼ਣਬਾਜ਼ੀ ਹਰ ਇੱਕ ਵੱਲੋਂ ਜ਼ਿਆਦਾ ਹੋ ਰਹੀ ਹੈ? ਚਾਹੇ ਉਹਨਾਂ ਦੀ ਗੱਲ ਕਰੀਏ, ਉਹਨਾਂ ਨੇ ਵੀ ਮਾਝੀ ਸਾਜੀ ਸ਼ਬਦ ਵਰਤਿਆ, ਹਾਲਾਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਹ ਫਲੋ 'ਚ ਜਾਂ ਭਾਵਨਾ ਦੇ ਵਹਾਅ ਦੇ ਵਿੱਚ ਨਿਕਲ ਗਿਆ। ਤੁਸੀਂ ਵੀ ਕਹਿ ਰਹੇ ਹੋ ਵੀ ਉਹਨਾਂ ਦੇ ਸਰੂਪ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਆ ਜਾਂ ਲਿਫਾਫਿਆਂ 'ਚੋਂ ਨਿਕਲੇ ਹੋਏ ਆ। ਕੀ ਲੱਗਦਾ ਆਪਸੀ ਦੂਸ਼ਣਬਾਜ਼ੀ ਵੱਲ ਨਹੀਂ ਵੱਧ ਰਹੇ ਅਸੀਂ ਸਾਰੇ? ਮੈਂ ਇਹਦੀ ਜੜ ਦੱਸਦਾ ਤੁਹਾਨੂੰ। ਜਦੋਂ ਬੀਬੀ ਜੌਲੀਆਂ ਪਿੰਡ ਦੇ ਵਿੱਚ ਆਈ ਸੀਗੀ, ਭਵਾਨੀਗੜ੍ਹ ਦੇ ਨੇੜੇ ਪਿੰਡ ਜੌਲੀਆਂ, ਉੱਥੇ ਅਸੀਂ 4 ਸਵਾਲ ਪੁੱਛੇ ਸੀਗੇ ਬੀਬੀ ਜੰਗੀਰ ਕੌਰ ਜੀ ਨੂੰ, ਬੜੇ ਰਿਸਪੈਕਟਫੁਲੀ ਜੀ, ਸਤਿਕਾਰ ਦੇ ਨਾਲ ਮੈਂ ਉਹ 4 ਸਵਾਲ ਪੁੱਛੇ ਸੀ ਕਿ ਤੁਸੀਂ ਇਹਨਾਂ ਦੇ ਜਵਾਬ ਦੇ ਦਿਓ। ਬੀਬੀ ਜੀ ਉੱਥੇ ਸਤਿਕਾਰ ਨਾਲ ਇਹ ਗੱਲ ਕਹਿ ਕੇ ਆਏ ਨੇ ਕਿ ਭਾਈ ਸਾਹਿਬ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ। ਤਾਂ ਉਹਨਾਂ 4 ਸਵਾਲਾਂ ਦੇ ਜਵਾਬ ਦੇਣ ਦੀ ਥਾਂ ਤੇ ਉਹ ਇਸ ਤਰ੍ਹਾਂ ਜਿਹੜੀਆਂ ਸੰਗਤਾਂ ਉੱਥੇ ਰੋਸ ਜਤਾਉਂਦੀਆਂ ਨੇ ਉਹਨਾਂ ਨੂੰ ਅਪਮਾਨਜਨਕ ਸ਼ਬਦ ਬੋਲਣਗੇ,
ਤੇ ਫਿਰ ਇਹ ਜਿਹੜਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਦਾ ਜਾਂ ਉਹਨਾਂ ਦੇ ਕਾਤਲ ਹੋਣ ਦਾ ਜਿਹੜਾ ਇਲਜ਼ਾਮ ਹੈ, ਉਹ ਕੋਈ ਮੇਰਾ ਨਹੀਂ ਹੈਗਾ, ਉਹ ਤਾਂ ਪੰਥ ਵਿੱਚ ਚਰਚਾ ਹੈ, ਉਹ ਇੱਕ ਵੱਖਰੀ ਗੱਲ ਹੈ। ਪਰ ਮੈਂ ਕਹਿੰਦਾ ਉਹਨਾਂ ਨੂੰ ਤੁਸੀਂ ਨਿੱਜੀ ਗੱਲ ਨੂੰ ਵੀ ਛੱਡੋ, ਤੇ ਇਹ ਪਰ ਨਿੱਜੀ ਦੂਸ਼ਣਬਾਜ਼ੀ ਹੋ ਨਹੀਂ ਰਹੀ। ਇੱਕ ਦੂਜੇ ਦਾ ਨਾਂ ਲੈ ਕੇ ਟਾਰਗੇਟ ਕਰਨਾ, ਬੇਅਦਬੀ ਤੋਂ ਫੋਕਸ ਕਿਤੇ ਨਾ ਕਿਤੇ ਹਟਦਾ ਨਹੀਂ ਨਜ਼ਰ ਆ ਰਿਹਾ। ਗੱਲ ਤਾਂ ਇਨਸਾਫ ਦੀ ਕਰਨੀ ਚਾਹੀਦੀ ਆ, ਚਾਹੇ ਉਹਨਾਂ ਵੱਲੋਂ ਹੋਵੇ ਜਾਂ ਤੁਹਾਡੇ ਵੱਲੋਂ, ਪਰ ਇੱਕ ਦੂਜੇ ਦੇ ਖਿਲਾਫ ਆਪਸੀ ਦੂਸ਼ਣਬਾਜ਼ੀ ਜ਼ਿਆਦਾ ਹੋ ਰਹੀ ਆ। ਮੈਂ ਵੀਰ ਜੀ ਬੇਨਤੀ ਕਰਨੀ ਚਾਹੁੰਦਾ, ਇੱਥੇ ਸਿੱਖਾਂ ਵਿੱਚ ਦੋ ਧਿਰਾਂ ਨੇ। ਇੱਕ ਧਿਰ ਉਹ ਹੈ ਜਿਹੜੀ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਡਟੀ ਹੋਈ ਹੈ। ਦੂਜੀ ਧਿਰ ਉਹ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ। ਉਸ ਕਮੇਟੀ ਦੇ ਉੱਤੇ ਐਸੇ ਬੰਦੇ ਕਾਬਜ਼ ਹੋ ਚੁੱਕੇ ਨੇ, ਬਾਦਲ ਕਾ ਲਾਣਾ, ਜਿਹੜੇ ਕਿ ਦੋਸ਼ੀਆਂ ਦੀ ਪੁਸਤ ਪਨਾਹੀ ਕਰਦੇ ਆ। ਮੇਰਾ ਕੋਈ ਇਲਜ਼ਾਮ ਨਹੀਂ ਹੈਗਾ ਝੂਠਾ, ਮੇਰੇ ਕੋਲ ਵੀਰ ਜੀ ਪ੍ਰੂਫ ਨੇ। ਇਸੇ ਕਰਕੇ ਮੈਂ ਬੀਬੀ ਜੰਗੀਰ ਕੌਰ ਜੀ ਨੂੰ ਕਹਿਣਾ ਕਿ ਜਿੱਥੇ ਮਰਜ਼ੀ ਬੈਠ ਕੇ ਆਪਾਂ ਖੁੱਲੀ ਡਿਬੇਟ ਕਰ ਲਓ, ਅਕਾਲ ਤਖਤ ਸਾਹਿਬ ਤੇ ਬਹਿ ਜਾਓ, ਤੇਜਾ ਸਿੰਘ ਸਮੂਰੀ ਹਾਲ ਚ ਬਹਿ ਕੇ ਵਿਚਾਰ ਕਰ ਲਈਏ, ਜਾਂ ਆਪਾਂ ਦੀਵਾਨ ਹਾਲ ਜੀ ਸਾਹਿਬ ਬੈਠ ਜਾਈਏ। ਭਾਈ ਹਰਜਿੰਦਰ ਸਿੰਘ ਮਾਝੀ ਕੋਲ ਜੇ ਸਬੂਤ ਨੇ ਬਾਦਲਾਂ ਦੇ ਖਿਲਾਫ, ਕੀ ਉਹ ਬਾਦਲਾਂ ਦੇ ਖਿਲਾਫ ਫਿਰ ਕੇਸ ਕਰਨਗੇ ਜੇ ਉਹਨਾਂ ਕੋਲ ਸਬੂਤ ਨੇ ਕਿ ਦੋਸ਼ੀਆਂ ਦੀ ਪੁਸ਼ਤ ਪਨਾਹੀ ਬਾਦਲਾਂ ਨੇ ਕੀਤੀ ਹੈ? ਇਹ ਤਾਂ ਪੂਰਾ ਪੰਥ ਕਹਿ ਰਿਹਾ ਜੀ। ਅਸੀਂ ਦੇਖੋ, ਮੈਂ ਇੱਕ ਸਿੱਖ ਪ੍ਰਚਾਰਕ ਹਾਂ। ਮਾਝੀ ਕਹਿ ਰਹੇ ਆ ਮੇਰੇ ਕੋਲੇ ਸਬੂਤ ਨੇ, ਮੂਹਰੇ ਲੱਗਣਗੇ ਹਰਜਿੰਦਰ ਸਿੰਘ ਮਾਝੀ। ਅਸੀਂ ਤਾਂ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਜਿਹੜਾ ਲੀਗਲ ਕੰਮ ਹੈ ਉਹ ਸਾਡੇ ਸਤਿਕਾਰਯੋਗ ਵਕੀਲ ਸਾਹਿਬਾਨ ਕਰਦੇ ਆ। ਜਿਹੜਾ ਅਸੀਂ ਸੰਗਤ ਦੀ ਕਚਹਿਰੀ ਵਿੱਚ ਇਹਨਾਂ ਦਾ ਸੱਚ ਦੱਸਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੇਖੋ, ਇਹਨਾਂ ਨੇ ਪੁਲਿਸ ਨੂੰ ਕਿੰਨੀਆਂ ਛੂਟਾਂ ਦਿੱਤੀਆਂ ਹੋਈਆਂ ਸੀ। ਮੇਰੀ ਇੱਕ ਉਦਾਹਰਨ ਸੁਣ ਲਓ, ਮਤਲਬ ਤਾਂ ਇਹਨਾਂ ਦਾ ਪੂਰੇ ਚਿੱਠੇ ਪਏ ਆ। ਇਹ ਭੱਜਦੇ ਕਿਉਂ ਨੇ ਡਿਬੇਟ ਤੋਂ, ਇਹਨਾਂ ਨੂੰ ਪੁੱਛੋ ਤੁਸੀਂ। 1 ਮਿੰਟ ਮੈਂ ਤੁਹਾਨੂੰ ਦੱਸ ਦਿਆਂ। 161 CRPC ਤਹਿਤ ਪੰਕਜ ਮੋਟਰ ਦੇ ਮਾਲਕ ਪੰਕਜ ਬਾਂਸਲ ਪੁੱਤਰ ਦਵਾਰਕਾ ਦਾਸ ਵਾਸੀ ਮੋਗਾ, ਔਰ ਪੰਕਜ ਬਾਂਸਲ ਦਾ ਜਿਹੜਾ ਮੈਨੇਜਰ ਹੈ ਸੰਦੀਪ ਕੁਮਾਰ, ਉਹਦਾ ਗਨਮੈਨ ਹੈ ਚਰਨਜੀਤ ਸਿੰਘ। ਇਹਨਾਂ ਨੇ ਵੀਰ ਜੀ ਅਦਾਲਤ ਦੇ ਵਿੱਚ ਇੱਕ ਬਿਆਨ ਦਿੱਤਾ ਹੈ, ਉਹ ਬਹੁਤ ਇੰਪੋਰਟੈਂਟ ਹੈ। ਐਡਵੋਕੇਟ ਸੁਹੇਲ ਸਿੰਘ ਬਰਾੜ, ਜਿਹੜਾ ਸੁਖਬੀਰ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ, ਸੁਹੇਲ ਸਿੰਘ ਬਰਾੜ ਦੇ ਗੈਰਜ ਦੇ ਵਿੱਚ ਵਿਕਰਮਜੀਤ SP ਨੇ 12 ਬੋਰ ਦੀ ਰਫਲ ਦੇ ਨਾਲ SSP ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ਦੇ ਵਿੱਚ ਉਸ ਜਿਪਸੀ ਦੇ ਉੱਤੇ ਗੋਲੀ ਚਲਾਈ। ਵੀ ਇਹਨੂੰ ਇਹ ਸ਼ੋਅ ਕਰਨ ਲਈ ਵੀ ਜਿਹੜੀ ਸੰਗਤ ਉੱਤੇ ਬੈਠੀ ਸੀ ਕੋਟਕਪੂਰੀ ਜੀ, ਉਹਨਾਂ ਨੇ ਵੀ ਫਾਇਰਿੰਗ ਕੀਤੀ ਹੈ। ਜਦੋਂ ਕਿ CRPC ਦੀ ਧਾਰਾ 164 ਦੇ ਤਹਿਤ ਪਾਇਲਟ ਜਿਪਸੀ ਦਾ ਜਿਹੜਾ ਡਰਾਈਵਰ ਹੌਲਦਾਰ ਗੁਰਨਾਮ ਸਿੰਘ ਹੈ, ਉਹਨੇ ਇਹ ਬਿਆਨ ਦਰਜ ਕਰਵਾਏ ਨੇ ਕਿ ਫਾਇਰਿੰਗ ਉੱਥੇ ਕੋਈ ਹੋਈ ਨਹੀਂ। ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਫਰਜ਼ੀ ਫਾਇਰਿੰਗ ਬਣਾਈ ਜਾ ਰਹੀ ਸੀਗੀ ਸੰਗਤਾਂ ਦੇ ਉੱਤੇ ਝੂਠਾ ਬਲੇਮ ਲਾਉਣ ਲਈ, ਇਹ ਸਭ ਕੁਝ ਬਦਲ ਕੇ ਰਾਜ ਦੇ ਵਿੱਚ ਹੁੰਦਾ ਰਿਹਾ। ਔਰ ਫਿਰ ਤੁਸੀਂ ਦੇਖੋ ਕਿ ਕੀ ਬਿਨਾਂ ਮੰਗਿਆ ਮਾਫੀ ਇਹਨਾਂ ਨੇ ਦਿੱਤੀ ਨਹੀਂ? 90 ਲੱਖ ਦੇ ਇਸ਼ਤਿਹਾਰਾਂ ਦਾ ਮਸਲਾ ਗੁਰੂ ਕੀ ਗੋਲਕ ਚੋਂ ਅਸੀਂ ਇਹਨਾਂ ਨੂੰ ਸਵਾਲ ਪੁੱਛ ਰਹੇ ਹਾਂ, ਤੇ ਉਹਦੀ ਥਾਂ ਤੇ ਇਸ ਤਰ੍ਹਾਂ ਅਪਮਾਨਜਨਕ ਸ਼ਬਦ ਬੋਲ ਕੇ ਇਹ ਭੱਜ ਜਾਣਗੇ ਜੀ। ਉਹ ਤਾਂ ਕਹਿੰਦੇ ਪੰਥ ਦੀ ਅਸੀਂ ਨੁਮਾਇੰਦਗੀ ਕਰਦੇ ਹਾਂ, ਪੰਥ ਨੇ ਸਾਨੂੰ ਸੇਵਾ ਬਖਸ਼ੀ ਆ, ਅਸੀਂ ਤਾਂ ਪੰਥ ਦਰਦੀ ਹਾਂ, ਪੰਥਕ ਪਾਰਟੀ ਆ ਸਾਡੀ। ਉਹ ਤਾਂ ਇਹ ਕਹਿੰਦੇ ਨੇ ਹਰ ਵੇਲੇ। ਬੀਬੀ ਜੰਗੀਰ ਕੌਰ ਵੀ ਇਹੀ ਕਹਿੰਦੇ ਰਹੇ ਨੇ। ਦੇਖੋ, ਬੀਬੀ ਜੰਗੀਰ ਕੌਰ ਕਹਿੰਦੇ ਨੇ ਪੰਥਕ ਪਾਰਟੀ ਹੈ, ਸਾਨੂੰ ਸੇਵਾ ਬਖਸ਼ੀ ਹੈ। ਸੇਵਾ ਤਾਂ ਹੁਣ ਤੁਸੀਂ ਧੱਕੇ ਨਾਲ ਰੱਖ ਕੇ ਬੈਠੇ ਹੋ ਨਾ। ਦਸੰਬਰ 2016 ਚ ਤਾਂ SGPC ਦੀ ਟਰਮ ਪੂਰੀ ਹੋ ਚੁੱਕੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਾਂ ਵੀ ਸਿਮਰਜੀਤ ਸਿੰਘ ਜੀ, ਤੁਸੀਂ ਆਪ ਮੈਨੂੰ ਦੱਸ ਦਿਓ ਪਲੀਜ਼, ਗੁਰੂਸਰ ਦੇ ਵਿੱਚ ਜਿਹੜੀ ਬੇਅਦਬੀ ਘਟਨਾਕ੍ਰਮ ਵਾਪਰਿਆ, ਉਸ ਬੇਅਦਬੀ ਘਟਨਾਕ੍ਰਮ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ 2 ਡੇਰਾ ਪ੍ਰੇਮੀ ਜਤਿੰਦਰਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤਾ ਭਾਈਕਾ ਦੇ ਵਿੱਚ ਦੁਕਾਨਾਂ ਦਿੱਤੀਆਂ ਸੀ। ਦੁਕਾਨ ਨੰਬਰ 61 ਤੇ ਦੁਕਾਨ ਨੰਬਰ 80 ਜਤਿੰਦਰਾ ਟੈਲੀਕਾਮ ਤੇ ਦੀਪ ਗਾਰਮੈਂਟਸ ਦੇ ਨਾਂ ਤੇ ਉਹ ਦੁਕਾਨਾਂ ਉਹਨਾਂ ਕੋਲ ਚੱਲਦੀਆਂ ਸੀਗੀਆਂ। ਮੈਂ ਤੁਹਾਨੂੰ ਬੇਨਤੀ ਕਰਦਾ, ਸਾਡੇ ਵੀਰ ਹਰਜੀਤ ਸਿੰਘ ਢਪਾਲੀ ਨੇ, ਉਹਨਾਂ ਨੇ ਟੈਲੀਫੋਨ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ ਕਿ ਇਹ ਆਮ ਡੇਰਾ ਪ੍ਰੇਮੀ ਨਹੀਂ ਹੈਗੇ। ਉਦਾਂ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਕਿ ਡੇਰੇ ਵਾਲਿਆਂ ਨਾਲ ਸਾਂਝ ਨਹੀਂ ਰੱਖਣੀ। ਲੋਕਾਂ ਨੇ, ਭੈਣ ਭਰਾਵਾਂ ਨੇ ਵਰਤਣਾ ਛੱਡ ਦਿੱਤਾ, ਮਾਂ ਪੁੱਤ ਦੇ ਰਿਸ਼ਤੇ ਟੁੱਟ ਗਏ ਸੀਗੇ। ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ ਲੋਕਾਂ ਨੇ ਤਾਂ ਇੰਨਾ ਸਤਿਕਾਰ ਦਿੱਤਾ। ਪਰ ਇਹ ਆਮ ਡੇਰਾ ਪ੍ਰੇਮੀ ਨਹੀਂ, ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਦੁਕਾਨਾਂ ਦਿੱਤੀਆਂ ਤੁਸੀਂ। ਜੇ ਢਪਾਲੀ ਵੀਰ ਨੇ ਉਹਨੂੰ ਕਿਹਾ ਲੌਂਗੋਵਾਲ ਸਾਹਿਬ ਨੂੰ, ਉਹ ਕਹਿੰਦਾ ਵੀ ਕੋਈ ਨਹੀਂ, ਅਸੀਂ ਮੀਟਿੰਗ 'ਚ ਵਿਚਾਰ ਲਾਂਗੇ। ਫਿਰ ਮੈਂ ਇੱਕ ਵੀਡੀਓ ਪਾਈ ਸੀ ਕਿ ਜੇ ਤੁਸੀਂ ਇਹਨਾਂ ਤੋਂ ਖਾਲੀ ਨਾ ਕਰਵਾਈਆਂ ਦੁਕਾਨਾਂ ਤੇ ਅਸੀਂ ਆਪਣੀ ਕੋਈ ਕਾਰਵਾਈ ਕਰਾਂਗੇ। ਤਾਂ ਮਜਬੂਰੀ ਬਸ ਇਹਨਾਂ ਨੇ ਦੁਕਾਨਾਂ ਖਾਲੀ ਕਰਵਾਈਆਂ ਜੀ। ਇਹਨਾਂ ਦਾ ਮਤਲਬ ਦੇਖੋ, ਉਹ ਸਾਡੇ ਮਹਾਰਾਜ ਦੇ ਅੰਕ ਖਿਲਾਰਨ ਤੇ ਅਸੀਂ ਉਹਨਾਂ ਦਾ ਆਰਥਿਕ ਪੱਖ ਮਜ਼ਬੂਤ ਕਰੇ। ਸਾਡੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ
ਤੁਸੀਂ ਦੱਸੋ ਵੀ ਇਹ ਕਿਹੜੇ ਪਾਸੇ ਪੰਥ ਦੀ ਸੇਵਾ ਕਰ ਰਹੇ ਨੇ? ਕੀ ਲੱਗਦਾ ਤੁਹਾਨੂੰ ਦੁਕਾਨਾਂ ਕਿਸੇ ਦੇ ਕਹਿਣ ਤੇ ਦਿੱਤੀਆਂ ਗਈਆਂ ਸੀ ਜਾਂ ਜੋ ਖਾਲੀ ਪਹਿਲਾਂ ਕਿਉਂ ਨਹੀਂ ਕਰਵਾਈਆਂ ਗਈਆਂ, ਕੀ ਕਾਰਨ ਸੀਗੇ? ਦੇਖੋ, ਇਹ ਤਾਂ ਇਹੀ ਦੱਸ ਸਕਦੇ ਆ ਨਾ ਜਿਹੜੇ ਉੱਥੇ ਪ੍ਰਬੰਧ ਦੇ ਵਿੱਚ ਬੈਠੇ ਆ, ਕਿਉਂਕਿ ਇਹਨਾਂ ਦਾ ਬੜਾ ਸਪਸ਼ਟ ਗੱਲ ਹੈ। ਤੁਸੀਂ ਮੈਨੂੰ ਵੀਰ ਜੀ ਸਿਮਰਜੀਤ ਸਿੰਘ ਜੀ, ਤੁਸੀਂ ਜਰਨਲਿਸਟ ਹੋ, ਮੈਨੂੰ ਇਹ ਦੱਸ ਦਿਓ ਪੂਰੇ ਵਿਸ਼ਵ ਦੇ ਵਿੱਚ ਕਿਸੇ ਫਿਲਮ ਦੀ ਪੋਸਟਰ ਨੂੰ ਗਨਮੈਨ ਦਿੱਤੇ ਗਏ ਆ ਵਰਲਡ ਦੇ ਵਿੱਚ ਕਿਤੇ? ਉਹ ਪੰਜਾਬ ਦੇ ਵਿੱਚ ਦਿੱਤੇ ਗਏ ਆ। ਸੌਦਾ ਸਾਧ ਦੀ ਜਿਹੜੀ ਫਿਲਮ ਸੀਗੀ ਜਦੋਂ ਇੱਥੇ ਰਿਲੀਜ਼ ਹੋਈ ਤਾਂ ਉਹਦੀ ਪੋਸਟਰ ਦੇ ਆਲੇ ਦੁਆਲੇ ਪੁਲਿਸ ਵਾਲੇ ਖੜੇ, ਸਾਰੇ ਪੰਜਾਬ ਨੇ ਵੇਖੇ ਆ। ਇਹ ਕਿਹੜਾ ਕਾਨੂੰਨ ਬਣਦਾ ਜੀ? ਮੈਂ ਉਦੋਂ ਪਿੱਛੇ ਜਾਣਾ, 1 ਮਿੰਟ ਲੈਣਾ ਤੁਹਾਡਾ। ਦੇਖੋ 2007 ਵਿੱਚ ਸਾਡਾ ਚੱਕਰ ਪਿਆ ਸਿੱਖਾਂ ਦਾ ਸਰਸੇ ਨਾਲ, ਸਿਰਸੇ ਸਾਧ ਨਾਲ। 2005 ਦੀ ਮੈਂ ਤੁਹਾਨੂੰ ਦੱਸਣ ਲੱਗਿਆ ਅੱਧੇ ਮਿੰਟ ਜੀ। 2005 ਦੇ ਵਿੱਚ ਜਦੋਂ ਡੇਰਾ ਪ੍ਰੇਮੀਆਂ ਨੇ ਰੋਸ ਜਤਾਇਆ ਕਿ ਸਾਡਾ ਇਹ ਐਡਾ ਵੱਡਾ ਰਹਿਬਰ ਹੈ, ਇਹਦੀ ਜਾਂਚ ਦੁਨਿਆਵੀ CBI ਕਿਉਂ ਕਰੂਗੀ, ਸਾਡੀਆਂ ਭਾਵਨਾਵਾਂ ਭਟਕਦੀਆਂ ਨੇ, ਤਾਂ DC ਦਫ਼ਤਰ ਦੇ ਸਾਹਮਣੇ ਸੰਗਰੂਰ ਦੇ ਵਿੱਚ ਜਿਹੜਾ ਰੋਸ ਮੁਜ਼ਾਹਰਾ ਹੋਇਆ 21 ਸਤੰਬਰ 2005 ਨੂੰ, ਉਹਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹੋਏ ਸੀਗੇ। ਇਹਨਾਂ ਦੀਆਂ ਤਾਂ ਪੁਰਾਣੀਆਂ ਸਾਂਝਾਂ ਨੇ। ਤੁਸੀਂ ਮੈਨੂੰ ਇਹ ਦੱਸ ਦਿਓ, ਜਿੰਨੇ ਪੰਜਾਬ ਦੇ ਡੇਰੇਦਾਰ ਨੇ, ਭਨਿਆਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਵਾਈਆਂ, ਕੀ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਬਾਦਲ ਕਾ ਟੱਬਰ ਨਹੀਂ ਬਹਿੰਦਾ ਰਿਹਾ? ਇਹਨਾਂ ਨੇ ਜਿਹੜਾ ਆਸ਼ੂਤੋਸ਼ ਫ੍ਰਿਜ 'ਚ ਪਿਆ ਹੁਣ, ਉਹਦੀਆਂ ਚੌਂਕੀਆਂ ਨਹੀਂ ਭਰੀਆਂ? ਆ ਸਰਸੇ ਵਾਲੇ ਤਾਂ ਕਾਂਗਰਸੀ ਅਕਾਲੀ ਸਾਰੇ ਹੀ ਜਾਂਦੇ ਰਹੇ ਨੇ ਸਰਸੇ ਵਾਲੇ ਦੇ ਤਾਂ। ਤੇ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਇਹ ਪੰਜਾਬ ਨੂੰ ਲੁੱਟਣ ਵਾਲੇ ਜਿਹੜੇ ਲੋਕ ਨੇ, ਮਨੁੱਖਤਾ ਵਿਰੋਧੀ ਲੋਕ ਨੇ, ਜਿਹੜੇ ਡੇਰਿਆਂ ਵਿੱਚ ਵੱਡੇ ਵੱਡੇ ਅੱਤਵਾਦੀ ਬਣ ਕੇ ਬੈਠੇ ਨੇ, ਉਹਨਾਂ ਦੀ ਇਹ ਲੋਕ ਪੁਸਤਪਨਾਹੀ ਕਰਦੇ ਨੇ। ਤੇ ਜਿਹੜਾ ਕੋਈ ਮੇਰੇ ਵਰਗਾ ਕੋਈ ਵੀ ਬੰਦਾ ਗੱਲ ਕਰਦਾ, ਉਹਨੂੰ ਇਹ ਚੱਕਦੇ ਆ। ਮੈਂ ਤੁਹਾਨੂੰ ਹੋਰ ਦੱਸਦਾ, ਗੁਰਬਾਣੀ ਪੜ੍ਹਦਿਆਂ ਦੇ ਉੱਤੇ ਡਾਂਗਾ ਮਾਰੀਆਂ, ਗੋਲੀਆਂ ਚਲਾਈਆਂ, ਸ਼ਹੀਦ ਕੀਤੇ, ਤੇ ਸਾਡੇ ਤੇ ਜੀ ਬਾਣੀ ਪੜ੍ਹਦਿਆਂ ਤੇ ਇਰਾਦਾ ਕਤਲ ਦੇ ਪਰਚੇ ਪਾਏ ਸੁਖਬੀਰ ਕਿਆਂ ਨੇ। ਇਹ ਜਿੱਥੇ ਮਰਜ਼ੀ ਬੈਠਣ ਤਾਂ ਸਹੀ। ਇਹ ਭੱਜ ਕਿਉਂ ਰਹੇ ਨੇ ਡਿਬੇਟ ਤੋਂ? ਕਿਉਂਕਿ ਝੂਠੇ ਹੈ। 307 ਦਾ ਪਰਚਾ ਮੈਨੂੰ ਦੱਸੋ, ਮੇਰੇ ਸਮੇਤ 20-21 ਜਾਣਿਆਂ ਤੇ ਕਿਵੇਂ ਬਣਦਾ? ਉਹ ਨਿਤਨੇਮ ਕਰਨਾ 307 ਹੋ ਜਾਂਦਾ। ਫਿਰ ਜਿਹੜੇ ਅਸੀਂ ਉੱਥੇ ਲੜਾਈ ਲੜ ਰਹੇ ਹਾਂ, ਸਾਡੇ ਘਰਾਂ 'ਚ ਛਾਪੇ ਮਾਰੇ ਜਾ ਰਹੇ ਨੇ ਉਹਨਾਂ ਦਿਨਾਂ 'ਚ, ਜੇ ਅਸੀਂ ਰੋਸ ਜਤਾ ਰਹੇ ਹਾਂ ਸਾਡੇ ਘਰਾਂ 'ਚ। ਮੈਂ ਤੁਹਾਨੂੰ ਨਿਊਜ਼ ਦਿਖਾ ਦਿੰਦਾ। ਉਦੋਂ ਮੇਰੇ ਫਾਦਰ ਸਾਡੇ ਘਰੇ ਰਾਤ ਨੂੰ, ਆਪਾਂ ਪਰਿਵਾਰਾਂ ਵਾਲੇ ਹਾਂ ਜੀ, ਕੰਧਾਂ ਟੱਪ ਕੇ ਪੁਲਿਸ ਆਉਂਦੀ ਆ, ਕਿੱਥੇ ਆ ਹਰਜਿੰਦਰ ਸਿੰਘ? ਮੈਂ ਕੋਈ ਇਹਨਾਂ ਦੇ ਨਾਲ ਰਲ ਕੇ ਚਿੱਟਾ ਵੇਚਦਾ ਸੀਗਾ ਜਿਹੜਾ ਸਾਡੇ ਘਰੇ ਆਏ ਸੀ, ਪੁੱਛ ਲੈਣ ਇਹ। ਫਿਰ ਉਹਨੂੰ ਫੜ, ਉਹ ਕਹਿੰਦੇ ਵੀ ਘਰ ਨਹੀਂ ਹੈਗਾ। ਮੇਰੇ ਪਿਤਾ ਜੀ ਕਹਿੰਦੇ ਜੀ ਤੁਸੀਂ ਚਲੋ। ਮੇਰੇ ਪਿਤਾ ਜੀ ਨੂੰ ਉਦੋਂ ਕਾਲੇ ਪੀਲੀਏ ਦੀ ਪ੍ਰੋਬਲਮ ਸੀ, ਉਹਨਾਂ ਨੂੰ ਚੁੱਕ ਕੇ ਜੇਲ੍ਹ 'ਚ ਸੁੱਟਤਾ। ਮੈਂ ਉਸ ਵਕਤ ਇਹ ਬਿਆਨ ਦਿੱਤਾ ਸੀ ਕਿ ਬਾਦਲ ਕੇ ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਜੇਲ੍ਹਾਂ ਵਿੱਚ ਡੱਕ ਦੇਣ, ਮੈਂ ਸੱਚ ਬੋਲਣਾ ਬੰਦ ਨਹੀਂ ਕਰਦਾ। ਇਹ ਮੈਨੂੰ ਜਿੰਨਾ ਮਰਜ਼ੀ ਡਿਸਟਰਬ ਕਰ ਲੈਣ, ਮੇਰੀ ਕੋਈ ਔਕਾਤ ਹੈ ਨਹੀਂ, ਪਰ ਮੈਂ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿਣਾ, ਕਿਉਂਕਿ ਰੱਬ ਦਾ ਫੈਸਲਾ ਇਹ, ਪੂਰਨ ਕੁੱਟੇ ਨਾਨਕਾ ਓੜਕ ਸੱਚ ਰਹੀ। ਤੇ ਵੀਰ ਜੀ ਮੈਂ ਤੁਹਾਨੂੰ ਦੱਸਦਾ ਜੀ, ਭਾਈ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਇਲਜ਼ਾਮ ਨਹੀਂ ਲਾ ਰਿਹਾ, ਮੇਰੇ ਕੋਲੇ ਸਬੂਤ ਹੈਗੇ ਨੇ, ਜੇ ਸਬੂਤ ਨੇ ਤਾਂ ਤੁਹਾਨੂੰ ਨਹੀਂ ਲੱਗਿਆ ਕਦੇ ਵੀ ਅਦਾਲਤ ਦੇ ਵਿੱਚ ਮੈਨੂੰ ਜਾਣਾ ਚਾਹੀਦਾ ਹੈ? ਤੁਸੀਂ ਲਾਹਨਤ ਦਿਹਾੜਾ ਵੀ ਮਨਾਉਂਦੇ ਰਹੇ ਹੋ, ਲਾਹਨਤ ਪੱਤਰ ਵੀ ਲਿਖਦੇ ਰਹੇ ਹੋ, ਤੇ ਕੀ ਤੁਹਾਨੂੰ ਲੱਗਿਆ ਕਦੇ ਵੀ ਅਦਾਲਤ ਦੇ ਵਿੱਚ ਜਾਣਾ ਚਾਹੀਦਾ, ਚਾਹੇ ਕੋਈ ਹੈ ਕਿਸੇ ਦੇ ਖਿਲਾਫ, ਜਿਸ ਖਿਲਾਫ ਤੁਹਾਡੇ ਕੋਲੇ ਸਬੂਤ ਹੈਗੇ ਨੇ, ਜਿਨ੍ਹਾਂ ਤੇ ਤੁਸੀਂ? ਅਸੀਂ ਸਬੂਤਾਂ ਸਮੇਤ ਲਾਹਨਤ ਪੱਤਰ ਪੜਿਆ 14 ਅਕਤੂਬਰ 2018 ਨੂੰ ਬਾਦਲ ਦੇ ਖਿਲਾਫ, ਕਿ ਜਿਹੜੀਆਂ ਉਹਨੇ ਹਰਕਤਾਂ ਕੀਤੀਆਂ ਨੇ, ਜਿਹੜੀਆਂ ਉਹਨੇ ਪੰਥ ਤੇ ਪੰਜਾਬ ਵਿਰੋਧੀ, ਪੰਜਾਬੀ ਭਾਸ਼ਾ ਵਿਰੋਧੀ, ਲੋਕਾਂ ਵਿਰੋਧੀ ਜਿਹੜੇ ਉਹਨੇ ਕੰਮ ਕੀਤੇ ਨੇ। ਜੇ ਉਹ ਬਿਨਾਂ ਸਬੂਤਾਂ ਤੋਂ ਹੈ, ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਮੇਰੇ ਤੇ ਮਾਣਹਾਨੀ ਦਾ ਕੇਸ ਅਜੇ ਤੱਕ ਕਿਉਂ ਨਹੀਂ ਕੀਤਾ? ਮੈਂ ਤਾਂ ਹੁਣ ਵੀ ਚੈਲੰਜ ਕਰਦੇ। ਜੇ ਤੁਹਾਡੇ ਕੋਲੇ ਸਬੂਤ ਨੇ ਤਾਂ ਫਿਰ ਤੁਸੀਂ ਕਿਉਂ ਨਹੀਂ ਗਏ? ਤੁਸੀਂ ਅਦਾਲਤ 'ਚ ਕਿਉਂ ਨਹੀਂ ਗਏ ਜੇ ਤੁਹਾਡੇ ਕੋਲੇ ਸਬੂਤ ਨੇ? ਸਾਡਾ ਜਿਹੜਾ ਮੇਨ ਵੀਰ ਜੀ ਸਿਮਰਜੀਤ ਸਿੰਘ ਜੀ, ਸਾਡਾ ਜਿਹੜਾ ਮੇਨ ਕੰਮ ਹੈ ਉਹ ਹੈ ਸਿੱਖੀ ਦਾ ਪ੍ਰਚਾਰ। ਉਹਦੇ ਨਾਲ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਅਸੀਂ ਲੋਕਾਂ ਦੀ ਕਚਹਿਰੀ ਵਿੱਚ, ਦੇਖੋ ਇਹ ਟੀਮ ਵਰਕ ਹੁੰਦਾ ਹੈ। ਜਿਵੇਂ ਤੁਸੀਂ ਹੁਣ ਇੱਥੇ ਪ੍ਰੈਸ ਵਿੱਚ ਸੇਵਾ ਨਿਭਾ ਰਹੇ ਹੋ, ਡਿਊਟੀ ਕਰ ਰਹੇ ਹੋ ਆਪਣੀ, ਤੁਹਾਡਾ ਇੱਕ ਫੀਲਡ ਹੈ, ਮੇਰਾ ਇੱਕ ਪ੍ਰਚਾਰ ਦਾ ਫੀਲਡ ਹੈ, ਤੇ ਨਾਲ ਮੈਂ ਇਹਨਾਂ ਦੀਆਂ ਹਰਕਤਾਂ ਲੋਕਾਂ ਦੀ ਕਚਹਿਰੀ 'ਚ ਦੱਸਦਾ। ਜਿਹੜੇ ਸਾਡੇ ਕਾਨੂੰਨੀ ਮਾਹਰ ਨੇ, ਦੇਖੋ ਜਸਪਾਲ ਸਿੰਘ ਮੰਝਪੁਰ ਸਮੇਤ ਕਿੰਨੇ ਬੰਦੇ ਨੇ ਜਿਹੜੇ ਅਜੇ ਤੱਕ ਵੀ, ਉਹ 2007 ਵਾਲਾ ਕੇਸ ਇਹਨਾਂ ਨੇ ਤਾਂ ਹਰਾਤਾ ਸੀ ਕੌਮ ਨੂੰ। 2007 'ਚ ਜਦੋਂ ਸਵਾਂਗ ਰਚਿਆ, 2014 ਤੱਕ ਮਤਲਬ ਚਲਾਨ ਪੁਲਿਸ ਨੇ ਪੇਸ਼ ਨਹੀਂ ਕੀਤਾ। ਉਹ ਕੇਸ ਅਜੇ ਵੀ ਉਹ ਮੰਝਪੁਰ ਜੀ ਹੋਰੀ ਲੜ ਰਹੇ ਨੇ। ਤੇ ਜੇ ਆਪਾਂ ਕਹੀਏ ਵੀ ਹੁਣ ਆਪਾਂ ਮੰਝਪੁਰ ਸਾਹਿਬ ਨੂੰ ਕਹੀਏ ਵੀ ਤੁਸੀਂ ਗੁਰਬਾਣੀ ਦੀ ਕਥਾ ਕਰੋ, ਤੁਸੀਂ ਵਿਆਖਿਆ ਕਰੋ, ਨਹੀਂ, ਉਹਨਾਂ ਦਾ ਆਪਣਾ ਕੰਮ ਹੈ, ਸਾਡਾ ਆਪਣਾ ਕੰਮ ਹੈ। ਸਾਡੀ ਇੱਕ ਪੂਰੀ ਟੀਮ ਹੈ, ਸਾਰੇ ਆਪੋ ਆਪਣੇ ਫਰੰਟਾਂ ਤੋਂ ਲੜਾਈ ਲੜ ਰਹੇ ਹਾਂ ਜੀ ਅਸੀਂ।
ਨਹੀਂ, ਤੁਹਾਨੂੰ ਕਦੇ ਇਹ ਨਹੀਂ ਲੱਗਿਆ ਵੀ ਜੇ ਤੁਹਾਡੇ ਕੋਲੇ ਸਬੂਤ ਹੈਗੇ ਨੇ ਤੁਹਾਨੂੰ ਅਦਾਲਤ 'ਚ ਜਾਣਾ ਚਾਹੀਦਾ ਫਿਰ, ਜਾਂ ਤੁਸੀਂ ਪਹਿਲ ਕੀਤੀ ਹੋਵੇ? ਮੈਂ ਇਹੀ ਤੁਹਾਨੂੰ ਵਾਰ-ਵਾਰ ਰਿਪੀਟ ਕਰ ਰਿਹਾ ਵੀ ਮੇਰਾ ਫੀਲਡ ਹੈ ਜਿਹੜਾ, ਦੇਖੋ ਮੇਰੇ ਕੋਲ ਸਬੂਤ ਨੇ ਜਿਹੜੇ, ਉਹਨਾਂ ਦੇ ਆਧਾਰ ਤੇ ਮੈਂ ਲੋਕਾਂ ਦੀ ਕਚਹਿਰੀ 'ਚ ਜਾ ਹੀ ਰਿਹਾ ਜੀ ਲਗਾਤਾਰ। ਅਦਾਲਤ ਦੇ ਵਿੱਚ ਜਾਣਾ, ਸਾਡੇ ਕਾਨੂੰਨੀ ਪੰਥ ਦੇ ਵਿੱਚ ਸਾਡੇ ਕਾਨੂੰਨੀ ਮਾਹਰ ਹੈਗੇ ਨੇ, ਲੜਾਈ ਲੜ ਰਹੇ ਨੇ, ਸਾਡਾ ਉਹਨਾਂ 'ਚ ਕਿਹੜਾ ਕੋਈ ਫਰਕ ਹੈਗਾ ਜੀ? ਕਦੇ ਉਹਨਾਂ ਤੱਕ ਪਹਿਲ ਕੀਤੀ ਹੋਵੇ, ਕਦੇ ਉਹਨਾਂ ਤੱਕ ਪਹਿਲ ਕੀਤੀ ਹੋਵੇ ਤੁਸੀਂ, ਤੁਹਾਨੂੰ ਲੱਗਿਆ ਹੋਵੇ ਵੀ ਮੈਨੂੰ ਕਰਨੀ ਚਾਹੀਦੀ? ਉਹਨਾਂ ਨਾਲ ਸਾਡੀ ਸਾਂਝ ਹੈ ਜੀ, ਬਿਲਕੁਲ ਅੱਜ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਸਾਰਿਆਂ ਨਾਲ। ਨਹੀਂ, ਬੇਅਦਬੀ ਮਸਲੇ ਨੂੰ ਲੈ ਕੇ ਕਦੇ ਪਹਿਲ ਕੀਤੀ? ਜਿਵੇਂ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ, ਵੀ ਕਦੇ ਉਸ ਮਸਲੇ ਨੂੰ ਲੈ ਕੇ ਪਹਿਲ ਕੀਤੀ ਤੁਸੀਂ? ਬਿਲਕੁਲ, ਮੈਂ ਤੁਹਾਨੂੰ ਦੱਸਦਾ, ਜਿਹੜੀਆਂ ਬਾਦਲ ਸਰਕਾਰ ਦੇ ਵਕਤ ਜਸਟਿਸ ਚੂਰਾ ਸਿੰਘ ਬਣੇ, ਬੇਅਦਬੀ ਦੇ ਮਸਲੇ ਦੀ ਜਾਂਚ ਕਰਨ ਲਈ ਬਣੇ, ਉੱਥੇ ਵੀ ਅਸੀਂ ਬਿਆਨ ਦਰਜ ਕਰਵਾਏ। ਜਸਟਿਸ ਰਣਜੀਤ ਸਿੰਘ ਕੋਲੇ ਜਿੰਨੀਆਂ ਸਿੱਟਾਂ ਬਣੀਆਂ, ਅੱਜ ਵੀ ਜਦੋਂ ਪੰਥ ਦੇ ਵਿੱਚ ਇਹ ਗੱਲ ਚੱਲੀ ਸੀ, ਜਦੋਂ ਆ ਦੁਬਾਰਾ LK ਯਾਦਵ ਸਾਹਿਬ ਵਾਲੀ ਸਿੱਟ ਬਣੀ ਹੈ ਕਿ ਕੁਝ ਬੰਦੇ ਕਹਿ ਰਹੇ ਸੀ ਸਾਡੇ ਕਿ ਬਿਆਨ ਦਰਜ ਨਹੀਂ ਕਰਾਉਣੇ, ਤੇ ਮੈਂ ਤਾਂ ਉਸ ਪਹਿਲੇ ਦਿਨ ਹੀ ਮੈਂ ਜਾ ਕੇ ਬਿਆਨ ਦਰਜ ਕਰਵਾਏ, ਤੇ ਨਾਲੇ ਸਭ ਨੂੰ ਬੇਨਤੀ ਕੀਤੀ ਵੀ ਆਪਾਂ ਕਿਉਂ ਭਗੌੜੇ ਹੋਈਏ ਬਿਆਨ ਦਰਜ ਕਰਵਾਉਣ ਤੋਂ। ਅਸੀਂ ਜਿਹੜੀਆਂ ਜਾਂਚ ਟੀਮਾਂ ਬਣ ਰਹੀਆਂ ਨੇ, ਲਗਾਤਾਰ ਉਹਨਾਂ ਨਾਲ ਰਾਬਤਾ ਰੱਖਦੇ ਹਾਂ, ਉੱਥੇ ਨੋਟ ਕਰਾਉਣੇ ਆ ਬਿਆਨ। ਤੇ ਦੂਜਾ, ਪਰਮਾਰ ਸਾਹਿਬ ਦੇ ਪਿੱਛੇ ਅਸੀਂ ਮਿਲ ਕੇ ਆਏ ਆ ਪਰਸਨਲ, ਉਹਨਾਂ ਨਾਲ ਵੀ ਭਾਈ ਇਹ ਤੁਹਾਡਾ ਕੰਮ ਏਦਾਂ ਨਹੀਂ ਚੱਲਣਾ, ਗੋਂਗਲੂਆਂ ਤੋਂ ਮਿੱਟੀ ਝਾੜ ਕੇ ਉਹਨਾਂ ਨੂੰ ਕਹਿ ਕੇ ਆਏ ਆ ਵੀ ਪ੍ਰੋਟੈਕਸ਼ਨ ਵਾਰੰਟ ਤੇ ਸੌਦਾ ਸਾਧ ਨੂੰ ਸੱਦਿਆ ਜਾਵੇ, ਉਹਦੇ ਤੋਂ ਵੀ ਪੁੱਛਗਿੱਛ ਹੋਵੇ, ਕਿਉਂਕਿ ਸਾਰੇ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਤਾਂ ਸੌਦਾ ਸਾਧ ਹੈ। ਵੀ ਉਧਰ ਨੂੰ ਜਦੋਂ ਤਾਰਾਂ ਜਾਂਦੀਆਂ ਰੋਕ ਕਿਉਂ ਲੈਂਦੇ ਹੋ? ਜਿਹੜਾ ਬੰਬਕਾਂਡ, ਮੌੜ ਬੰਬਕਾਂਡ ਦਾ ਵੀ ਮਾਸਟਰਮਾਈਂਡ ਉਹੀ ਹੈ। ਸੋ ਅਸੀਂ ਤਾਂ ਜੀ ਜਿੰਨੀਆਂ ਜਾਂਚ ਟੀਮਾਂ ਨੇ ਜਿੱਥੇ ਸਾਨੂੰ ਸੱਦੇ ਅਸੀਂ ਤਾਂ ਉੱਥੇ ਜਾਂਦੇ। RS ਖੱਟੜਾ ਹੋਰਾਂ ਦੀ ਸਿੱਟ ਬਣੀ, ਉਹਦੇ ਵਿੱਚ ਜਿਹੜੇ ਸ਼ਕਤੀ ਸਿੰਘ ਦੇ ਨਾਲ ਜਿਹੜੇ ਹੋਰ ਜਿਹੜੇ ਡੇਰਾ ਪ੍ਰੇਮੀ ਚੱਕੇ ਜਾਂਦੇ ਆ, ਹੁਣ ਵੀ SS ਪਰਮਾਰ ਹੋਰਾਂ ਦੀ ਜੋ ਸਿੱਟ ਹੈ ਉਸ ਦੇ ਵਿੱਚ ਵੀ ਉਹਨਾਂ ਨੂੰ ਹੀ ਜੋ ਹੈ ਮੁਲਜ਼ਮ ਬਣਾਇਆ ਗਿਆ, ਉਹ ਚੱਕੇ ਹੋਏ ਨੇ, ਉਹਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਖੋ, ਉਹਨਾਂ ਤੋਂ ਕੀਤੀ ਜਾ ਰਹੀ ਹੈ, ਚੰਗੀ ਗੱਲ ਹੈ, ਪਰ ਮੈਂ ਕਹਿੰਦਾ ਵੀ ਉਸ ਤੋਂ ਅੱਗੇ ਵੀ ਵਧੋ ਨਾ, ਵੀ ਉਸ ਤੋਂ ਅੱਗੇ ਵੀ ਵਧੋ। ਕੀ ਸਿਰਫ ਪੰਜ ਸੱਤ ਡੇਰਾ ਪ੍ਰੇਮੀਆਂ ਦਾ ਕੰਮ ਹੈਗਾ ਇਹ? ਅਸਲ ਦੇ ਵਿੱਚ ਹੋਇਆ ਇਹ, ਜਦੋਂ 2007 ਵਾਲੇ ਸਵਾਂਗ ਵਾਲੇ ਕੇਸ ਵਿੱਚ ਬਾਦਲਾਂ ਨੇ ਉਹਦੀ ਪੁਸਤ ਪਨਾਹੀ ਕੀਤੀ, ਉਹਦੇ ਹੌਸਲੇ ਇੰਨੇ ਵੱਧ ਗਏ, ਜਦੋਂ ਉਹਨੂੰ ਬਿਨਾਂ ਮੰਗਿਆ ਮਾਫੀ ਦੇਣਗੇ ਅਕਾਲ ਤਖਤ ਸਾਹਿਬ ਤੋਂ, ਫਿਰ ਉਹਦੇ ਹੌਸਲੇ ਬੁਲੰਦ ਹੋਣਗੇ। ਫਿਰ ਉਹਨਾਂ ਨੇ ਇਹ ਹਰਕਤਾਂ ਤੇ ਆ ਕੇ ਮਾਫੀ ਕਿਹਨਾਂ ਨੇ ਦਿੱਤੀ? ਜਥੇਦਾਰਾਂ ਨੇ ਦਿੱਤੀ? ਜਥੇਦਾਰਾਂ ਨੇ ਦਿੱਤੀ। ਮੈਂ ਤੁਹਾਨੂੰ ਬੇਨਤੀ ਕਰਦਾ, ਬੀਬੀ ਜੰਗੀਰ ਕੌਰ ਨੂੰ ਮੈਂ ਇਹੀ 4 ਸਵਾਲ ਕੀਤੇ, ਜੇ ਮੈਨੂੰ ਇਜਾਜ਼ਤ ਦਿਓ ਮੈਂ ਸੰਖੇਪ ਚ ਕਹਿ ਵੀ ਦਿੰਦਾ ਜੀ। ਪਹਿਲਾ ਮੇਰਾ ਇਹ ਸਵਾਲ ਸੀ ਕਿ ਬੀਬੀ ਜੀ ਦੇਖੋ, ਬੇਅਦਬੀਆਂ ਦਾ ਮੁੱਢ ਤਾਂ ਉਦੋਂ ਵੱਜਦਾ ਹੈ, ਯਾਨੀ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪ੍ਰੈਸ ਵਿੱਚ ਕਹੀ ਆ ਕਿ ਜਥੇਦਾਰਾਂ ਨੇ ਆਪਣੀ ਕੋਠੀ ਦੇ ਵਿੱਚ ਸਾਨੂੰ ਤਲਬ ਕੀਤਾ, ਵਾਹਿਗੁਰੂ ਬਾਦਲਾਂ ਨੇ ਸਾਨੂੰ ਤਲਬ ਕੀਤਾ, ਬਾਦਲ ਨੇ ਆਪਣੀ ਕੋਠੀ 'ਚ। ਤਾਂ ਉਸ ਵਕਤ ਗਿਆਨੀ ਗੁਰਮੁਖ ਸਿੰਘ ਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾ ਕੇ ਧਮਧਾਨ ਸਾਹਿਬ ਭੇਜ ਦਿੱਤਾ ਗਿਆ। ਜਦੋਂ ਉਹ ਆਪਣੇ ਵਿਚਾਰਾਂ ਤੋਂ ਮੁੱਕਰੇ ਤਾਂ ਧਮਧਾਨ ਸਾਹਿਬ ਤੋਂ ਹਟਾ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਬਣਾਇਆ ਗਿਆ। ਜੇ ਗਿਆਨੀ ਗੁਰਮੁਖ ਸਿੰਘ ਨੇ 2 ਗੱਲਾਂ ਕੀਤੀਆਂ, ਇੱਕ ਗੱਲ ਤਾਂ ਝੂਠ ਬੋਲੀ ਨਾ ਉਹਨੇ, ਫਿਰ ਇਹ ਝੂਠੇ ਬੰਦੇ ਨੂੰ ਅਕਾਲ ਤਖਤ ਸਾਹਿਬ ਤੇ ਕਿਉਂ ਦਿੱਤਾ ਹੈੱਡ ਗ੍ਰੰਥੀ ਦਾ? ਉਹਦਾ ਮੂੰਹ ਬੰਦ ਕਰਾਉਣ ਲਈ ਦਿੱਤਾ, ਮੈਂ ਸਾਫ਼ ਕਹਾਂ। ਦੂਜਾ ਮੇਰਾ ਸਵਾਲ ਸੀ ਕਿ 328 ਸਰੂਪਾਂ ਦਾ ਹਿਸਾਬ ਕਿਤਾਬ ਅਸੀਂ ਕਿੱਥੋਂ ਲੈਣ ਜਾਈਏ। ਤੀਜਾ ਮੇਰਾ ਸਵਾਲ ਸੀ, ਜਦੋਂ ਇਹਨਾਂ ਨੇ ਮਾਫੀ ਦਿੱਤੀ ਸੌਦਾ ਸਾਧ ਨੂੰ, ਸੰਗਤ ਨੇ ਵਿਰੋਧ ਕੀਤਾ, ਤਾਂ ਸੰਗਤ ਦੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ ਗੁਰੂ ਕੀ ਗੋਲਕ ਦੇ ਵਿੱਚੋਂ, ਜਿਸ ਗੋਲਕ ਵਿੱਚੋਂ ਇੱਕ ਵੀ ਟਕਾ ਨਹੀਂ ਸੀ ਦਿੱਤਾ, ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਨੂੰ ਆਪਣਾ ਬੰਦ ਕਟਵਾ ਲਿਆ ਸੀ, ਉਸੇ ਗੋਲਕ ਚੋਂ 90 ਲੱਖ ਰੁਪਈਆ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਗਏ। ਮੇਰਾ ਇਹ ਸਵਾਲ ਹੈ ਕਿ ਉਹ 90 ਲੱਖ ਦੀ ਭਰਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਅਤੇ ਕਿਸ ਤੋਂ ਕਰਾਊਗੀ? ਚੌਥਾ ਮੇਰਾ ਜਿਹੜਾ ਸਵਾਲ ਸੀਗਾ ਵੀਰ ਜੀ, ਉਹ ਬਹੁਤ ਇੰਪੋਰਟੈਂਟ ਹੈ, ਮੈਂ ਤੁਹਾਨੂੰ ਦੱਸ ਦਿਆਂ, ਆ ਮੇਰੇ ਕੋਲ ਸਾਰਾ ਰਿਕਾਰਡ ਪਿਆ। ਚੌਥਾ ਮੇਰਾ ਇਹ ਸਵਾਲ ਸੀ ਕਿ ਮਲੇਰਕੋਟਲਾ ਇਲਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 35 ਸਰੂਪ ਤੇ 250 ਤੋਂ ਵੱਧ ਪੋਥੀਆਂ ਚੁੱਕ ਕੇ ਲੈ ਗਏ ਬੰਦੇ। ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਦੇ ਹਸਤਾਖਰਾਂ ਵਾਲਾ ਪੱਤਰ ਦਿਖਾਇਆ ਕਿ ਜੀ ਸਾਡੀ ਤਾਂ ਡਿਊਟੀ ਉੱਥੋਂ ਲੱਗੀ ਹੈ। ਸਿਮਰਜੀਤ ਸਿੰਘ ਜੀ, ਮੈਨੂੰ ਦੱਸੋ ਕਿ ਇਸ ਪੱਤਰ ਦੇ ਉੱਤੇ ਨਾ ਕਿਸੇ ਮਤਲਬ ਸੰਸਥਾ ਦਾ ਨਾਂ ਹੈ, ਕਿਸੇ ਬੰਦੇ ਦਾ ਨਾਂ ਨਹੀਂ, ਖਾਲੀ ਪੱਤਰ ਦੇ ਉੱਤੇ ਗੁਰਬਚਨ ਸਿੰਘ ਨੇ ਹਸਤਾਖਰ ਕਰਕੇ ਦਿੱਤੇ। ਇਹ ਸਾਰੇ ਡਾਕੂਮੈਂਟ ਮੈਂ ਬੀਬੀ ਜੰਗੀਰ ਕੌਰ ਨੂੰ ਚੌਲੀਆਂ ਪਿੰਡ ਵਿੱਚ ਸੌਂਪੇ ਹੈ। ਉਹਨਾਂ ਦੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਉਹ ਫੋਟੋ ਵੀ ਪਈ ਹੋਈ ਹੈ, ਜਿਹਦੇ ਚ ਮੈਂ ਉਹਨਾਂ ਨੂੰ ਇਹ ਪੱਤਰ ਫੜਾ ਰਿਹਾ। ਉਹਨਾਂ ਨੂੰ ਚਾਹੀਦਾ ਸੀ ਵੀ SGPC ਪ੍ਰਧਾਨ ਕਾਰਵਾਈ ਕਿਉਂ ਨਹੀਂ ਕਰ ਰਹੇ ਫਿਰ, ਚਾਹੇ ਮਲੇਰਕੋਟਲੇ ਵਾਲੇ ਮਾਮਲੇ ਦੀ ਗੱਲ ਕਰ ਲਈਏ?
ਇਹਦੇ ਤੇ ਕਾਰਵਾਈ ਕਰਨ ਦੀ ਥਾਂ ਤੇ ਉਹ ਉਲਟਾ ਚੋਰ ਕੋਤਵਾਲ ਕੋ ਡਾਂਟੇ। ਮੈਨੂੰ ਤੁਸੀਂ ਦੱਸੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਬਜਟ ਹੈ, ਲੀਗਲ ਟੀਮਾਂ, ਸਭ ਕੁਝ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਵੀ ਮੈਂ ਕਿਉਂ ਨਹੀਂ ਇਹ ਕਰ ਰਿਹਾ। ਅਸੀਂ ਵੀਰ ਜੀ ਘਰ ਚੋਂ ਉੱਠਦੇ ਹਾਂ, ਪ੍ਰਚਾਰ ਕਰਕੇ ਗੁਰੂ ਦੀ ਗੱਲ ਕਰਦੇ ਹਾਂ, ਸੰਗਤ ਨੂੰ ਸਮਝਾਉਂਦੇ ਹਾਂ, ਬਹੁਤ ਕੁਝ ਜਿੰਨੇ ਜੋਗੇ ਹਾਂ ਅਸੀਂ, ਗੁਰੂ ਸੇਵਾ ਲੈਂਦਾ, ਸਾਡੀ ਕੋਈ ਔਕਾਤ ਨਹੀਂ। ਪਰ ਦੂਜੇ ਪਾਸੇ ਇੱਕ ਸੰਸਥਾ ਹੈ, ਆ ਜਿਹੜੇ ਸਾਡੇ ਅਸੀਂ, ਇਹ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਬਣਦਾ। ਇਹ ਕਿਉਂ ਨਹੀਂ? ਕਿਉਂਕਿ ਕਾਰਨ ਬੜਾ ਸਪਸ਼ਟ ਹੈ ਕਿ ਇਹ ਬਾਦਲਾਂ ਦੀ ਪੁਸਤ ਪਨਾਹੀ, ਬਾਦਲਾਂ ਦੇ ਅਧੀਨ ਚੱਲਦੀ ਹੈ। ਬਾਦਲ ਸੌਦਾ ਸਾਧ ਦੀ ਪੂਰੀ ਪੁਸਤ ਪਨਾਹੀ ਕਰਦੇ ਨੇ। ਦੇਖ ਲਓ ਅਜੇ ਤੱਕ ਵੀ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਸੌਦਾ ਸਾਧ ਦੇ ਖਿਲਾਫ ਕੋਈ ਬਿਆਨ ਮੈਂ ਤਾਂ ਸੁਣਿਆ, ਤੁਸੀਂ ਸੁਣਿਆ ਜੀ? ਤੁਸੀਂ ਲਗਾਤਾਰ ਸਵਾਲ ਚੁੱਕ ਰਹੇ ਹੋ ਕਿ ਐਸਜੀਪੀਸੀ ਜੋ ਹੈ ਬਾਦਲਾਂ ਦੇ ਅਧੀਨ ਹੈ। ਦਸੰਬਰ 2016 ਤੋਂ ਬਾਅਦ ਜੋ ਹੈ ਚੋਣਾਂ ਨਹੀਂ ਹੋਈਆਂ ਐਸਜੀਪੀਸੀ ਦੀਆਂ। ਜੇ ਚੋਣਾਂ ਹੁੰਦੀਆਂ ਨੇ ਐਸਜੀਪੀਸੀ ਦੀਆਂ, ਕਈ ਪੰਥਕ ਧਿਰਾਂ ਕਹਿੰਦੀਆਂ ਨੇ ਕਿ ਅਸੀਂ ਐਸਜੀਪੀਸੀ ਚੋਣਾਂ ਲੜਾਂਗੇ। ਕੀ ਹਰਜਿੰਦਰ ਮਾਝੀ ਲੜਨਗੇ ਚੋਣਾਂ? ਦੇਖੋ ਇਹ ਤਾਂ ਆਪਾਂ ਸਮੁੱਚੇ ਤੌਰ ਤੇ ਅੱਜ ਆਪਣਾ ਇਹ, ਮੈਨੂੰ ਨਹੀਂ ਲੱਗਦਾ ਵੀ ਅੱਜ ਇਹ ਟੌਪਿਕ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਬਾਕੀ ਜਿਸ ਤਰੀਕੇ ਨਾਲ ਤੁਸੀਂ, ਤੁਹਾਡਾ ਸਵਾਲ ਸੀ, ਤੁਸੀਂ ਕਹਿ ਰਹੇ ਹੋ, ਲਗਾਤਾਰ ਸਵਾਲ ਚੁੱਕ ਰਹੇ ਹੋ ਕਿ ਜੋ ਬਾਦਲਾਂ ਦੇ ਅਧੀਨ ਆ ਐਸਜੀਪੀਸੀ, ਤੁਸੀਂ ਇਹ ਕਹਿ ਰਹੇ ਹੋ ਕਿ ਐਸਜੀਪੀਸੀ ਬਾਦਲਾਂ ਦੇ ਅਧੀਨ ਆ, ਲਿਫਾਫਿਆਂ ਚੋਂ ਨਿਕਲਦੀਆਂ ਨੇ ਪ੍ਰਧਾਨਗੀਆਂ, ਲਿਫਾਫਿਆਂ ਚੋਂ ਨਿਕਲਦੇ ਨੇ ਜਥੇਦਾਰ, ਅਜਿਹਾ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਸੀ ਆਪਣੀ। ਤੇ ਫਿਰ ਕੀ ਜੇ ਕਈ ਪੰਥਕ ਧਿਰਾਂ ਆਖਦੀਆਂ ਨੇ ਕਿ ਅਸੀਂ ਐਸਜੀਪੀਸੀ ਬਾਦਲਾਂ ਤੋਂ ਆਜ਼ਾਦ ਕਰਾਉਣੀ ਆ, ਅਸੀਂ ਚੋਣਾਂ ਲੜਾਂਗੇ, ਕੀ ਹਰਜਿੰਦਰ ਸਿੰਘ ਮਾਝੀ ਚੋਣ ਲੜਨਗੇ ਫਿਰ? ਅਸੀਂ ਦੇਖੋ ਜੀ, ਮੈਂ ਜਿਹੜਾ ਕੰਮ ਕਰੂੰਗਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਬਾਦਲਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਅਸੀਂ ਯਤਨ ਕਰਾਂਗੇ। ਉਹ ਯਤਨ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਹੋਣਗੇ, ਉਹ ਸਮਾਂ ਆਉਣ ਤੇ ਹੀ ਪਤਾ ਲੱਗੂਗਾ ਵੀ ਅਸੀਂ ਕਿਸੇ ਦੀ ਸਪੋਰਟ ਕਰਨੀ ਹੈ ਜਾਂ ਕੀ ਕਰਨਾ ਹੈ ਜਾਂ ਸਿੱਧੇ ਰੂਪ ਚ ਆਉਣਾ ਹੈ। ਉਹ ਹਜੇ ਭਵਿੱਖ ਦੇ ਗਰਭ ਚ ਨਹੀਂ ਗੱਲਾਂ, ਪਰ ਅਸੀਂ ਇਹ ਜ਼ਰੂਰ ਹੈ ਵੀ ਇਹਨਾਂ ਦੀਆਂ ਹਰਕਤਾਂ ਜ਼ਰੂਰ ਸੰਗਤ ਦੇ ਸਾਹਮਣੇ ਲਗਾਤਾਰ ਰੱਖਦੇ ਰਹਾਂਗੇ ਤਾਂ ਜੋ ਇਹਨਾਂ ਤੋਂ ਖਹਿੜਾ ਛੁਡਾਇਆ ਜਾ ਸਕੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਸ਼ਹੀਦਾਂ ਨੇ ਖੂਨ ਡੋਲ ਕੇ ਹੋਂਦ ਵਿੱਚ ਲਿਆਂਦੀ ਹੈ, ਔਰ ਸਾਡਾ ਜਿਹੜਾ ਅਕਾਲੀ ਦਲ ਹੈ, ਅਕਾਲੀ ਦਲ, ਮੈਂ ਤੁਹਾਡਾ ਸਿਰਫ 15 ਸਕਿੰਟ ਲੈਣਾ, ਭਾਈ ਕਾਹਨ ਸਿੰਘ ਨਾਭਾ ਲਿਖਦੇ ਆ ਅਕਾਲੀ ਕੌਣ ਹੁੰਦਾ ਹੈ, ਉਸ ਡੈਫੀਨੇਸ਼ਨ ਦੇ ਸਾਹਮਣੇ ਤੁਸੀਂ ਸੁਖਵੀਰ ਤੇ ਇਹਨਾਂ ਦੇ ਟੱਬਰ ਨੂੰ ਖੜਾ ਕੇ ਵੇਖੋ। ਮੈਂ ਸਿਰਫ 4 ਲਾਈਨਾਂ ਬੋਲ ਦੇਣਾ ਵੀਰੇ। ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵਾ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਜਿਹੜਾ ਅਕਾਲ ਪੁਰਖ ਤੇ ਭਰੋਸਾ ਰੱਖਦਾ ਹੈ, ਇਹਨਾਂ ਨੂੰ ਤਾਂ ਅਕਾਲ ਪੁਰਖ ਦੀ ਥਾਂ ਤੇ ਡੇਰਾ ਸੌਦਾ ਸਾਧ ਤੇ ਭਰੋਸਾ ਹੈ। ਇਹ ਕੀ ਅਕਾਲੀ ਨੇ ਆਪਣੇ ਆਪ ਨੂੰ? ਅਸੀਂ ਇਹਨਾਂ ਦਾ ਸਾਫ਼ ਦੱਸਦੇ ਰਹਾਂਗੇ ਤੇ ਯਤਨ ਕਰਾਂਗੇ ਕਿ ਜਿੰਨਾ ਛੇਤੀ ਹੋ ਸਕੇ ਗੁਰਦੁਆਰੇ ਇਹਨਾਂ ਤੋਂ ਆਜ਼ਾਦ ਕਰਵਾਏ ਜਾ ਸਕੇ। RS ਖੱਟੜਾ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਸੀ, ਜੋ ਪੰਥਕ ਇਕੱਤਰਤਾ ਸੱਦੀ ਗਈ ਸੀ ਅੰਮ੍ਰਿਤਸਰ ਦੇ ਵਿੱਚ, RS ਖੱਟੜਾ ਕਹਿ ਰਹੇ ਸੀ ਕਿ ਹਰਜਿੰਦਰ ਮਾਝੀ ਹੋਰਾਂ ਦੇ ਨਾਲ ਪ੍ਰਸ਼ਾਸਨ ਨੇ ਗੱਲ ਕੀਤੀ ਸੀ ਮਾਰਚ 2015 ਦੇ ਵਿੱਚ, ਜਿਹੜੇ ਦੀਵਾਨ ਲੱਗਦੇ ਆ ਪਿੰਡ ਬੁਰਜਵਾਰ ਵਾਲਾ 'ਚ, ਉੱਥੇ ਕਈ ਜਿਹੜੇ ਡੇਰਾ ਪ੍ਰੇਮੀਆਂ ਨੇ ਆਪਣੇ ਜਿਹੜੇ ਲੋਕਟ ਆ ਉਹ ਲਾ ਕੇ ਸੁੱਟੇ ਸੀ। ਮੈਂ ਤੁਹਾਨੂੰ ਬੇਨਤੀ ਕਰਦਾ, ਪਹਿਲੀ ਤਾਂ ਗੱਲ ਇਹ ਹੈ, RS ਜਿਹੜੇ ਖੱਟੜਾ ਸਾਹਿਬ ਨੇ ਇਹ ਗੱਲ ਕਹੀ ਆ, ਉਹਨਾਂ ਨੇ ਜਿਹੜੇ ਵਰਡਿੰਗ ਬੋਲੀ ਹੈ ਇਹ ਵੀ ਕਿਹਾ ਵੀ ਉਹ ਇੱਕ ਚੰਗਾ ਪ੍ਰਚਾਰਕ ਹੈ ਤੇ ਉਦੋਂ ਪ੍ਰਭਾਵਿਤ ਹੋ ਕੇ, ਹਾਲਾਂਕਿ ਉਹਨਾਂ ਨੇ ਕਿਹਾ ਉਦੋਂ ਪ੍ਰਭਾਵਿਤ ਹੋ ਕੇ ਡੇਰਾ ਪ੍ਰੇਮੀਆਂ ਨੇ ਲੋਕਟ ਉਤਾਰ ਕੇ ਸੁੱਟਤੇ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਮੇਰੀ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਸੀ ਹੋਈ। ਸਾਡੇ ਪ੍ਰਬੰਧਕ ਜਿਹੜੇ ਸੀ ਦੀਵਾਨ ਲਵਾਉਣ ਵਾਲੇ ਸੱਜਣ, ਉਹਨਾਂ ਦੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਆਪਣੇ ਤੌਰ ਤੇ ਹੋਈ ਹੈ ਤੇ ਹੋਰ ਥਾਵਾਂ ਤੇ ਵੀ ਹੁੰਦੀ ਸੀ। ਮੈਨੂੰ ਇਹ ਦੱਸੋ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦੀ ਕਥਾ ਕਰਨੀ ਹੈ, ਵਿਚਾਰ ਕਰਨੀ ਹੈ, ਇਤਿਹਾਸ ਬਾਰੇ ਦੱਸਣਾ ਹੈ, ਡੇਰਾਵਾਦ ਦੇ ਖਿਲਾਫ ਬੋਲਣਾ ਹੈ, ਇਹਦੇ ਵਾਸਤੇ ਸਾਨੂੰ ਇਜਾਜ਼ਤ ਲੈਣੀ ਪਊਗੀ ਪ੍ਰਸ਼ਾਸਨ ਤੋਂ। ਇਹ ਬਾਦਲ ਕਹਿੰਦੀ ਬਦਮਾਸ਼ੀ ਨਹੀਂ ਸੀ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਇਹ ਤਾਂ ਚੱਲਦੇ ਹੋਏ ਦੀਵਾਨ ਨੂੰ ਵੀਰ ਜੀ, ਭਾਈ ਗੁਰਦਾਸ ਜੀ ਨੇ ਪੰਕਤੀ ਲਿਖੀ ਆ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋ ਰਾਹ ਭੁਲਾਣੇ। ਇਹ ਪੰਕਤੀ ਮੈਂ ਪੱਕੇ ਪਿੰਡ ਵਿੱਚ ਜੇ ਪੜ੍ਹ ਰਹੀ ਹਾਂ ਤਾਂ ਪ੍ਰਸ਼ਾਸਨ ਆ ਕੇ ਮੈਨੂੰ ਰੋਕ ਲੈਂਦਾ ਕਿ ਤੈਨੂੰ ਕਿਹਾ ਸੀ ਰਾਮ ਰਹੀਮ ਦਾ ਨਾਂ ਨਹੀਂ ਲੈਣਾ। ਤੁਸੀਂ ਮੈਨੂੰ ਦੱਸੋ ਕਿ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਵੀ ਅਸੀਂ ਪ੍ਰਸ਼ਾਸਨ ਨੂੰ ਪੁੱਛ ਕੇ ਜਾਂ ਸੌਦਾ ਸਾਹਿਬ ਦੇ ਚੇਲਿਆਂ ਨੂੰ ਪੁੱਛ ਕੇ ਪੜ੍ਹਿਆ ਕਰੀਏ? ਦੂਜੀ ਗੱਲ, ਜਿਹੜਾ ਇਹ ਲੋਕਟ ਉਤਾਰ ਕੇ ਸੁੱਟਣ ਵਾਲੀ ਗੱਲ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਦੀਵਾਨ ਲੱਗਦੇ ਸੀ, ਜਿਹੜੇ ਇਲਾਕਿਆਂ ਵਿੱਚ ਜਿਨ੍ਹਾਂ ਦਾ ਪ੍ਰਭਾਵ ਜ਼ਿਆਦਾ ਹੁੰਦਾ ਸੀ, ਉਹਨਾਂ ਨਾਲ ਸੰਬੰਧਿਤ ਲੋਕ ਲੋਕਟ, ਨਗਾਲੀਆਂ, ਛਾਂਪਾਂ, ਧਾਗੇ, ਤਵੀਤ ਨਾਰਮਲੀ ਉਤਾਰ ਕੇ ਸੁੱਟ ਜਾਂਦੇ ਸੀ। ਇਹ ਇਕੱਲੇ ਬੁਰਜਵਾਰ ਸਿੰਘ ਵਾਲਾ ਦੀ ਗੱਲ ਨਹੀਂ ਹੈਗੀ, ਸਾਰੇ ਕਿਤੇ ਉਹ ਸੁੱਟ ਜਾਂਦੇ ਸੀਗੇ। ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾਂਦੇ ਸੀ। ਸਾਨੂੰ ਸੱਭਿਅਕ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਬਿਲਕੁਲ ਹੱਕ ਹੈ ਤੇ ਅਸੀਂ ਇਹਨਾਂ ਦੀਆਂ ਹਰਕਤਾਂ ਜਿਹੜੇ ਡੇਰਾਵਾਦ ਦੇ ਖਿਲਾਫ
ਗੁਰਬਾਣੀ ਦੇ ਆਧਾਰ ਤੇ ਅਸੀਂ ਪ੍ਰਚਾਰ ਕਰਦੇ ਰਹੇ ਹਾਂ, ਹੁਣ ਵੀ ਕਰਦੇ ਹਾਂ ਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ ਜੀ। ਤੁਸੀਂ ਮੈਨੂੰ ਦੱਸੋ, ਅਸੀਂ ਇਹ ਸਮਝਾਉਂਦੇ ਹਾਂ ਜਦੋਂ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੇ ਮਨੁੱਖ ਉੱਤੇ ਟੇਕ ਨਹੀਂ ਰੱਖਣੀ, ਲੋਕ ਮਨੁੱਖਾਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਆ ਜਾਂਦੇ ਆ। ਉਸ ਦਿਨ ਮੈਂ ਭਾਈ ਸੁਵੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦਾ ਇਤਿਹਾਸਕ ਸਾਕਾ ਸਾਂਝਾ ਕੀਤਾ ਸੀ ਸੰਗਤ ਨਾਲ, ਮੈਨੂੰ ਪਤਾ ਹੈ, ਤੇ ਉਹ ਤੋਂ ਇੰਨੀ ਸੰਗਤ ਨੂੰ ਚੰਗਾ ਲੱਗਿਆ। ਉਹ 'ਚ ਮੇਰੀ ਨਹੀਂ ਕੋਈ ਖਾਸੀਅਤ, ਸਾਡਾ ਇਤਿਹਾਸ ਇੰਨਾ ਮਹਾਨ ਹੈ। ਮੈਂ ਤਾਂ ਸਮਝਦਾ ਕਿ ਜੇ ਸ਼੍ਰੋਮਣੀ ਕਮੇਟੀ ਇਮਾਨਦਾਰੀ ਨਾਲ ਕੰਮ ਕਰਦੀ ਹੁੰਦੀ, ਪੰਜਾਬ 'ਚ ਡੇਰਾਵਾਦ ਤਾਂ ਨੇੜੇ ਤੇੜੇ ਇੱਥੇ ਕੋਈ ਕਿਸੇ ਦਾ ਮਸਲਾ ਹੀ ਨਹੀਂ ਸੀ ਬਣਨਾ। ਇੱਥੇ ਤਾਂ ਵੱਡੇ ਪੱਧਰ ਤੇ ਚੜ੍ਹਦੀ ਕਲਾ ਖਾਲਸੇ ਦੀ ਹੋਣੀ ਸੀਗੀ। ਪਰ ਇਹਨਾਂ ਦੀਆਂ ਨਲਾਇਕੀਆਂ ਨੇ, ਜਿਹੜਾ ਪ੍ਰਚਾਰ ਕਰਦਾ ਉਹਦਾ ਇਹ ਮੂੰਹ ਬੰਦ ਕਰਾਉਂਦੇ ਰਹੇ। ਇੱਕ SHO ਸੀ ਫਰੀਦਕੋਟ ਦੇ ਵਿੱਚ, ਜਿਹੜਾ ਮੈਨੂੰ ਧਮਕੀ ਦਿੰਦਾ, ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜਾ ਕਾਨੂੰਨ ਕਹਿੰਦਾ ਜੀ। ਉਹ ਰਿਕਾਰਡਿੰਗ ਪਈ ਹੈ ਸਾਰੀ YouTube ਤੇ। ਜਦੋਂ ਮੈਂ ਦੀਵਾਨ ਲਾ ਕੇ ਚੱਲਿਆ ਮਚਾਕੀ ਪਿੰਡ ਤੋਂ, SHO ਕਹਿੰਦਾ ਤੂੰ ਸਾਡੇ ਇਲਾਕੇ 'ਚ ਵੜ ਕੇ ਦਿਖਾਈ। ਕਿਹੜਾ SHO ਸੀ? ਪ੍ਰਦੀਪ ਸਿੰਘ ਸੀਗਾ, ਉਹਦੀ ਰਿਕਾਰਡਿੰਗ ਪਈ ਹੈ ਵੀਰ ਜੀ। ਇਹ ਮਤਲਬ ਮੈਂ ਕਹਿੰਦਾ ਵੀ ਪੁਲਿਸ ਵਾਲਿਆਂ ਦੇ ਐਡੇ ਹੌਸਲੇ ਬੁਲੰਦ ਕਿਉਂ ਕੀਤੇ ਹੋਏ ਸੀ। ਸੌਦਾ ਸਾਧ ਦੇ ਪੋਸਟਰਾਂ ਨੂੰ ਜਿਹੜਾ ਦਿੱਤੀ ਜਾ ਰਹੀ ਸੀਗੀ ਸਿਕਿਉਰਿਟੀ, ਤੇ ਸਾਨੂੰ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ। ਇਹ ਬਾਦਲਾਂ ਤੋਂ ਬਿਨਾਂ ਹੋ ਰਿਹਾ ਸੀ ਸਾਰਾ ਕੁਝ। ਰਾਜ ਤਾਂ ਉਹਨਾਂ ਦਾ। ਉਹ ਕਹਿੰਦੇ ਕੀੜੀ ਤੁਰਦੀ ਸਾਨੂੰ ਦਿਖਦੀ ਹੈ ਪੰਜਾਬ ਦੇ ਵਿੱਚ। ਮਾਝੀ ਸਾਹਿਬ, ਆਖਰੀ ਸਵਾਲ ਆ ਮੇਰਾ, ਜਿਸ ਤਰੀਕੇ ਦੇ ਨਾਲ ਬੇਅਦਬੀ ਕਾਂਡ ਨੂੰ ਵਾਪਰਿਆ ਲੰਮਾ ਸਮਾਂ ਬੀਤ ਚੁੱਕਿਆ ਪਰ ਇਨਸਾਫ ਨਹੀਂ ਹਲੇ ਤੱਕ ਮਿਲਿਆ। ਬਾਈਬਲ ਗੋਲੀकांड, ਕੋਟਕਪੂਰਾ ਗੋਲੀकांड ਦੀ ਗੱਲ ਕਰੀਏ, ਬਾਈਬਲ ਗੋਲੀकांड ਦੇ ਵਿੱਚ ਵੀ 2 ਸਿੰਘ ਸ਼ਹੀਦ ਹੁੰਦੇ। ਅੱਜ ਵੀ ਸੁਖਰਾਜ ਸਿੰਘ ਨਿਆਮੀ ਵਾਲਾ ਪ੍ਰੈਸ ਕਾਨਫਰੰਸ ਕਰ ਰਹੇ ਆ। ਇਹੀ ਉਡੀਕ ਕੀਤੀ ਜਾ ਰਹੀ ਹੈ ਕਿ ਇਨਸਾਫ ਮਿਲੂਗਾ। ਪਹਿਲਾਂ ਅਕਾਲੀ ਦਲ ਦੇ ਦੌਰਾਨ ਜੋ ਹੈ ਕਮਿਸ਼ਨ ਬਣਦਾ ਹੈ, ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਲਗਾਤਾਰ ਕਮਿਸ਼ਨ ਬਣਦੇ ਨੇ, ਸਿੱਟਾਂ ਬਣਦੀਆਂ ਨੇ, ਪਰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਅਸੀਂ ਇਨਸਾਫ ਦਿਵਾਵਾਂਗੇ। ਕੋਈ ਆਸ ਦੀ ਕਿਰਨ ਬਾਕੀ ਲੱਗਦੀ ਆ ਤੁਹਾਨੂੰ ਜਾਂ ਨਹੀਂ? ਪਰ ਜਿਸ ਤਰੀਕੇ ਨਾਲ ਆਪਸੀ ਦੂਸ਼ਣਬਾਜ਼ੀ ਹੋ ਰਹੀ ਆ, ਕੀ ਉਹ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ? ਤੁਸੀਂ ਕਹਿ ਰਹੇ ਹੋ ਇੱਕ ਧਿਰ ਉਹ ਹੈ ਜਿਹੜੀ SGPC ਦੇ ਨਾਲ ਖੜੀ ਆ ਜਾਂ SGPC ਤੇ ਕਾਬਜ ਹੈ, ਇੱਕ ਉਹ ਹੈ ਜਿਹੜੀ ਇਨਸਾਫ ਉਡੀਕ ਰਹੀ ਆ, ਪਰ ਤੁਹਾਨੂੰ ਨਹੀਂ ਲੱਗਦਾ ਕਿ ਆਪਸੀ ਦੂਸ਼ਣਬਾਜ਼ੀ ਨੂੰ ਛੱਡਣਾ ਚਾਹੀਦਾ? ਬਿਲਕੁਲ ਛੱਡਣਾ ਚਾਹੀਦਾ। ਇਹਦੇ ਲਈ ਸਿਮਰਜੀਤ ਸਿੰਘ ਜੀ ਮੈਂ ਬੇਨਤੀ ਕਰਦਾ ਵੀ ਸਾਨੂੰ ਜਿਹੜੇ ਸਵਾਲ ਨੇ ਉਹਨਾਂ ਨੂੰ ਬਹਿ ਕੇ ਵਿਚਾਰ ਕਰਨ ਦੇ ਵਿੱਚ ਹਰਜ ਕੀ ਹੈ। ਉਹਦਾ ਇਹ ਜਿਹੜਾ ਇਹ ਕਾਟੋ ਕਲੇਸ਼ ਖੜਾ ਕਰ ਰਹੇ ਨੇ, ਇਹਦੇ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਹੈ। ਉਹ ਵੀ ਸੁਖਬੀਰ ਦੇ ਕਹਿਣ ਤੇ ਸਾਰਾ ਚੱਲ ਰਹੀ ਹੈ। ਇਹ ਬਹਿ ਕੇ ਡਿਬੇਟ ਤੋਂ ਜਿਹੜਾ ਬੰਦਾ, ਦੇਖੋ ਸਿਆਣੇ ਆਪਣੇ ਇੱਕ ਕਹਾਵਤ ਹੈ, ਪੱਲੇ ਹੋਵੇ ਸੱਚ ਕੋਠੇ ਚੜ ਕੇ ਨੱਚ। ਇਹ ਡਿਬੇਟ ਤੋਂ ਭੱਜਦੇ ਨੇ ਤਾਂ ਮਤਲਬ ਇਹ ਝੂਠੇ ਨੇ ਨਾ, ਇਸੇ ਕਰਕੇ ਭੱਜ ਰਹੇ ਨੇ। ਮੈਂ ਉੱਤੇ ਬਲਟੋਹਾ ਸਾਹਿਬ ਨੂੰ ਕਿਹਾ ਇੱਕ ਚੈਨਲ ਤੇ, ਉਹ ਕਹਿੰਦਾ ਜੀ ਮੈਂ ਤੁਹਾਨੂੰ 20 ਵਾਰੀ ਕਹਿਣਾ ਬਹਿ ਕੇ ਵਿਚਾਰ ਕਰ ਲੈਂਦੇ ਆ, ਅੱਡ ਬਹਿ ਕੇ, ਘਰੇ ਬਹਿ ਕੇ ਅੰਦਰ ਖਾਤੇ। ਕਿਉਂ ਮੇਰਾ ਇਹ ਵੱਟ ਦਾ ਰੌਲਾ ਹੈ? ਮੇਰਾ ਕੋਈ ਨਿੱਜੀ ਮਸਲਾ ਹੈ? ਤਾਂ ਪੰਥਕ ਮਸਲਾ ਹੈ, ਪੰਥ ਦੇ ਸਾਹਮਣੇ ਵਿਚਾਰਾਂ ਕਰੋ। ਤੁਸੀਂ ਕਿਉਂ ਭੱਜਦੇ ਹੋ? ਤੇ ਦੂਜੀ ਗੱਲ, ਸਾਨੂੰ ਜਿਹੜੀ ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ, ਮੈਂ ਸਪਸ਼ਟ ਲਫ਼ਜ਼ਾਂ 'ਚ ਕਹਿਣਾ, ਜੇ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਇਹ ਇਨਸਾਫ ਨਾ ਮਿਲਿਆ ਤਾਂ ਕੈਪਟਨ ਦਾ ਹਸ਼ਰ ਵੀ ਪੰਜਾਬ ਦੇ ਲੋਕਾਂ ਨੇ ਬਾਦਲਾਂ ਵਾਲਾ ਕਰ ਦੇਣਾ। ਤੇ ਕੈਪਟਨ ਅਮਰਿੰਦਰ ਸਿੰਘ ਸੋਚ ਲਵੇ, ਕੈਪਟਨ ਨੂੰ ਲੋਕ ਪਸੰਦ ਕਰਦੇ ਨੇ। ਕਿਹੜੇ ਕੈਪਟਨ ਨੂੰ? ਜਿਹੜਾ 1984 'ਚ ਅਸਤੀਫਾ ਦਿੰਦਾ ਹੈ, ਜਿਹੜਾ 1986 'ਚ ਅਸਤੀਫਾ ਦਿੰਦਾ ਬਲੈਕ ਥੰਡਰ ਮੌਕੇ। ਪਰ ਜੇ ਕੈਪਟਨ ਉਹੀ ਹਰਕਤਾਂ ਕਰੂਗਾ ਬਾਦਲਾਂ ਨੂੰ ਬਚਾਉਣ ਲਈ, ਸਮੇਤ ਸੈਣੀ ਵਰਗਿਆਂ ਨੂੰ, ਸੌਦਾ ਸਾਧ ਨੂੰ ਬਚਾਉਣ ਲਈ, ਤੇ ਫਿਰ ਕੈਪਟਨ ਦਾ ਅਸਰ ਵੀ ਮਾੜਾ ਹੀ ਹੋਣਾ। ਪਰ ਅਜੇ ਤੱਕ ਕੈਪਟਨ ਸਰਕਾਰ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਹੀ ਹੈ, ਜਿਹੜਾ ਕਿ ਇਦਾਂ ਇਹ ਸਰਨਾ ਨਹੀਂ, ਮਾਸਟਰਮਾਈਂਡ ਤੱਕ ਪਹੁੰਚ ਕਰਨੀ ਪਊਗੀ। ਗੋਲੀकांड ਹੈ ਭਾਵੇਂ ਬੇਅਦਬੀ ਕਾਂਡ। ਜੀ ਸ਼ੁਕਰੀਆ ਜੀ, ਧੰਨਵਾਦ ਜੀ। ਤਾਂ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਸਾਡੇ ਨਾਲ ਜੁੜੇ ਸੀ। ਪਿਛਲੇ ਦਿਨੀ ਹਰਜਿੰਦਰ ਸਿੰਘ ਮਾਝੀ ਹੋਰਾਂ ਦੇ ਉੱਤੇ ਸਵਾਲ ਚੁੱਕਦੇ ਨੇ ਬੀਬੀ ਜਗੀਰ ਕੌਰ ਆਖਦੇ ਨੇ ਕਿ ਇਹਨਾਂ ਜਿਹੜੇ ਲੋਕ ਧਰਨਾ ਲਾ ਕੇ ਬੈਠੇ ਸੀ ਬੇਅਦਬੀ ਤੋਂ ਬਾਅਦ, ਇਹ ਅਸਲ ਦੋਸ਼ੀ ਨੇ। ਮਾਝੀ ਸਾਜੀ ਸ਼ਬਦ ਉਹਨਾਂ ਨੇ ਵਰਤਿਆ ਸੀ। ਤੇ ਭਾਈ ਹਰਜਿੰਦਰ ਸਿੰਘ ਮਾਝੀ ਸਾਡੇ ਨਾਲ ਜੁੜੇ ਸੀ। ਭਾਈ ਹਰਜਿੰਦਰ ਸਿੰਘ ਮਾਝੀ ਕਹਿ ਰਹੇ ਨੇ ਕਿ ਬੈਠ ਕੇ ਵਿਚਾਰ ਕਰ ਲਏ ਜਾਣ, ਬੈਠ ਕੇ ਡਿਬੇਟ ਕਰ ਲਈ ਜਾਵੇ। ਆਪਸੀ ਜੋ ਮਤਭੇਦ ਨੇ ਭੁਲਾਏ ਜਾ ਸਕਦੇ ਨੇ, ਪਰ ਬੈਠ ਕੇ ਵਿਚਾਰ ਕਰਨ ਤੋਂ ਜੋ ਹੈ ਬੀਬੀ ਜਗੀਰ ਕੌਰ ਭੱਜ ਰਹੇ ਨੇ, ਅਜਿਹਾ ਇਹਨਾਂ ਦਾ ਕਹਿਣਾ। ਦੂਜੇ ਪਾਸੇ ਕੈਪਟਨ ਸਰਕਾਰ ਨੂੰ ਵੀ ਆਖ ਰਹੇ ਨੇ ਕਿ ਬਾਦਲਾਂ ਸਮੇਂ ਤਾਂ ਇਨਸਾਫ ਨਹੀਂ ਮਿਲਿਆ, ਪਰ ਜੇ ਕੈਪਟਨ ਸਮੇਂ ਵੀ ਇਨਸਾਫ ਨਹੀਂ ਮਿਲਦਾ ਤਾਂ ਇਹਨਾਂ ਦਾ ਹਸ਼ਰ ਵੀ ਪਿਛਲੀ ਸਰਕਾਰ ਵਾਂਗਰਾ ਹੋਊਗਾ। ਲੋਕ ਇਹਨਾਂ ਨੂੰ ਵੀ ਨਕਾਰ ਦੇਣਗੇ। ਹਾਲੇ ਤੱਕ ਜੋ ਕੈਪਟਨ ਸਰਕਾਰ, ਇਹਨਾਂ ਦਾ ਕਹਿਣਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਆ। ਬੇਅਦਬੀ ਦੇ ਅਸਲ ਦੋਸ਼ੀ ਜੋ ਨੇ, ਕਿਤੇ ਨਾ ਕਿਤੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ।